ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸਿੱਖ ਚੈਨਲ ਵੱਲੋਂ ਆਪ ਜੀ ਦਾ ਬਹੁਤ-ਬਹੁਤ ਸਵਾਗਤ। ਸਰਦੂਲ ਸਿੰਘ ਮਾਲਵਾ ਵੱਲੋਂ ਆਪ ਜੀ ਨੂੰ ਜੀ ਆਇਆਂ। ਸ਼ੁਭ ਸਵੇਰ ਤੇ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਬਹੁਤ ਹੀ ਦੁਨੀਆ ਭਰ ਦੇ ਵਿੱਚ ਸੁਰਖੀਆਂ, ਵੱਖਰੇ-ਵੱਖਰੇ ਇਤਿਹਾਸਿਕ ਔਰ ਨਵੀਆਂ ਚੀਜ਼ਾਂ ਦੀਆਂ ਸੁਰਖੀਆਂ ਸਾਹਮਣੇ ਆ ਰਹੀਆਂ। ਪਰ ਇਸ ਵੇਲੇ ਯੂਕੇ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਦੁਖਾਂਤ ਹੀ ਕਹਾਂਗੇ, ਵੈਸੇ ਹੈ ਤਾਂ ਖੁਸ਼ੀਆਂ ਵੀ, ਕਿਉਂਕਿ ਲੋਕ ਸੰਨ ਨੂੰ ਲੱਭਣ ਦੇ ਲਈ ਦੂਜਿਆਂ ਮੁਲਕਾਂ ਵਿੱਚ ਜਾਂਦੇ ਆ ਤੇ ਹੁਣ ਇੱਥੇ ਦੀ ਗਰਮੀ ਦੀ ਵੀ ਹੱਦ ਹੋ ਚੁੱਕੀ ਹੈ। ਉਸਨੇ ਬੜਾ ਕੁਛ ਇਸ ਵੇਲੇ ਪਾਣੀ ਦੀ ਸ਼ਾਰਟੇਜ ਤਾਂ ਵੈਸੇ ਹੀ ਹੈਗੀ ਦੁਨੀਆ ਦੇ ਵਿੱਚ, ਇਸ ਦੇ ਨਾਲ ਹੋਰ ਫਰਕ ਪੈ ਗਿਆ ਹੈਗਾ। ਉਹਦੇ ਤੋਂ ਅਸੀਂ ਗੱਲ ਸ਼ੁਰੂ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਮੇਰੇ ਸਾਥੀ ਦਿੰਦੇ ਨੇ ਡਾਕਟਰ ਬਲਦੇਵ ਸਿੰਘ ਜੀ ਕੰਦੋਲਾ ਤੇ ਕਾਉਂਸਲਰ ਕੁਲਦੀਪ ਸਿੰਘ ਜੀ ਸੋਹਤਾ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਸ਼ੁਰੂ ਕਰਦੇ ਹਾਂ। ਸਾਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ। ਤੇ ਮੈਨੂੰ ਤਾਂ ਪੂਰੀ ਯਕੀਨ ਹੈਗਾ ਕਿ ਤੁਸੀਂ ਧੁੱਪ ਦਾ ਆਨੰਦ ਮਾਣ ਰਹੇ ਹੋਵੋਗੇ। ਬਸ ਉਸ ਧੁੱਪ ਦੇ ਆਨੰਦ ਦੇ ਵਿੱਚ ਬੜਾ ਕੁਛ ਬਲਦੇਵ ਜੀ ਤੇ ਕੁਲਦੀਪ ਜੀ ਹੋ ਰਿਹਾ ਹੈਗਾ, ਜਿਹਨੂੰ ਆਪਾਂ ਡਰਾਊਟ ਕਹਿੰਦੇ, ਸੋਕਾ ਕਹਿੰਦੇ ਆ। ਉਸਨੇ ਬੜਾ ਇਸ ਵੇਲੇ ਪਕੜ ਕੀਤੀ ਹੋਈ ਆ। ਔਰ ਜਿਹੜੇ ਫੋਰੈਸਟ ਫਾਇਰਸ ਹੈਗੇ ਆ, ਜਿੱਥੇ ਅੱਗੇ ਇਹ ਸੋਚਦੇ ਹੁੰਦੇ ਸੀ ਜੀ ਕੈਲੀਫੋਰਨੀਆ 'ਚ ਅੱਗਾਂ ਲੱਗ ਗਈਆਂ ਜਾਂ ਆਸਟ੍ਰੇਲੀਆ 'ਚ ਅੱਗਾਂ ਲੱਗ ਗਈਆਂ, ਹੁਣ ਯੂਰਪ ਦੇ ਵਿੱਚ ਔਰ ਖਾਸ ਕਰਕੇ ਯੂਕੇ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਕਈ ਸਥਾਨ ਹੈਗੇ ਜਿੱਥੇ ਅੱਗ ਦਾ ਵੈਸੇ ਬੜਾ ਜ਼ੋਰ ਸ਼ੋਰ ਹੈਗਾ। ਪਿੱਛੇ ਜਦੋਂ ਆਪਾਂ ਇਹ ਤਸਵੀਰਾਂ ਦੇਖਦੇ ਹੈਗੇ, ਬਲਦੇਵ ਜੀ ਜੇ ਸ਼ੁਰੂ ਕਰੀਏ ਕਿ ਇਹ ਜਿਹੜਾ ਸੋਕਾ ਹੈਗਾ ਡਰਾਊਟ, ਜਦੋਂ ਸਾਨੂੰ ਯਾਦ ਹੋਣਾ 1976 ਦੇ ਵਿੱਚ ਵੀ, ਉਦੋਂ ਜਿਹੜਾ ਹੋਜ਼ ਪਾਈਪ ਬੈਨ, ਜਿਹੜੇ ਕਾਰਾਂ ਕੂਰਾਂ ਧੋਣ ਦੇ ਲਈ ਆਪਾਂ ਪਾਈਪ ਵਰਤਦੇ ਹੈਗੇ ਆ ਪਾਣੀ ਦੇ ਉੱਤੇ, ਔਰ ਪਾਣੀ ਦੀ ਵਰਤੋਂ ਦੇ ਵਿੱਚ ਕਾਫੀ ਉਹਨਾਂ ਨੇ ਇਸ ਨੂੰ ਕਟੌਤੀ ਦੇ ਉੱਤੇ ਨਾਲ ਲੋਕਾਂ ਦੇ ਉੱਤੇ ਜ਼ੋਰ ਪਾਇਆ ਸੀ। ਹੁਣ ਮੁੜ ਕੇ ਫਿਰ ਉਹੋ ਜਿਹੀ ਸਥਿਤੀ ਸਾਡੇ ਸਾਹਮਣੇ ਆ ਗਈ ਹੈਗੀ ਆ। ਤੇ ਜਦੋਂ ਹੁਣ ਦੇਖਦੇ ਹੈਗੇ ਆ ਇੰਨਾ ਮਤਲਬ ਜਿਹੜੇ ਰਿਵਰਸ ਹੈਗੇ ਆ, ਉਹਨਾਂ ਦੇ ਮੁਤਾਬਕ ਪਾਣੀ ਕਾਫੀ ਸੁੱਕਿਆ ਹੈਗਾ। ਤੇ ਜਿਹੜੇ ਰੈਜ਼ਰਵੋਇਰ ਹੈਗੇ ਜਿਨ੍ਹਾਂ ਦੇ ਵਿੱਚੋਂ ਪਾਣੀ ਆਪਾਂ ਨੂੰ ਘਰਾਂ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ ਹੈਗਾ, ਉਹਨਾਂ ਦੇ ਉੱਤੇ ਵੀ ਕਾਫੀ ਸੋਕਾ ਪੈ ਗਿਆ ਹੈਗਾ। ਇਹਦੀ ਜਿਹੜੀ ਟੈਕਨੋਲੋਜੀਕਲੀ ਜਾਂ ਸਾਇੰਟੀਫਿਕਲੀ ਗੱਲ ਇਸ ਨੂੰ ਅਸੀਂ ਦੇਖਿਆ ਜਾਵੇ, ਤੇ ਮੈਨੂੰ ਯਾਦ ਹੈ ਕਿ ਜਦੋਂ ਆਪਾਂ ਨਿੱਕੇ ਹੁੰਦੇ ਸੀ, ਜਦੋਂ ਉੱਥੇ ਇੰਨੀ ਧੁੱਪ ਪੈਂਦੀ ਹੁੰਦੀ ਸੀ, ਆਪਣੇ ਟੋਭੇ ਤੇ ਹੋਰ ਉਹ ਇੰਨੇ ਸੁੱਕੇ ਸੀ ਤੇ ਜਿਹਦੇ ਵਿੱਚ ਮਤਲਬ ਉਹ ਕਾਫੀ ਤੀੜਾਂ ਜਿਹੀਆਂ ਦਿਸਦੀਆਂ ਹੁੰਦੀਆਂ ਸੀ। ਤੇ ਹੁਣ ਜੇ ਮੀਂਹ ਪੈ ਵੀ ਜਾਵੇ ਤੇ ਇੰਨੀ ਜਲਦੀ ਉਸ ਨੂੰ ਸੋਕੇ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਤੇ ਔਰ ਗਵਰਨਮੈਂਟ ਵੱਲੋਂ ਕਾਫੀ ਐਸੇ ਏਰੀਆਜ਼ ਹੈਗੇ ਆ ਜਿਹਦੇ ਤੇ ਜਿਹੜਾ ਹੋਜ਼ ਪਾਈਪ ਬੈਨ ਜਿਹੜਾ ਹੈਗਾ ਉਹ ਲਗਾ ਦਿੱਤਾ ਗਿਆ ਹੈਗਾ। ਤੇ ਤੁਸੀਂ ਇਸ ਗੱਲ ਨੂੰ ਕਿਸ ਪਾਸਿਓਂ ਲੈਣੇ, ਜਿਹਦੇ ਵਿੱਚ ਖਤਰਾ ਇਹ ਵੀ ਹੈਗਾ ਵੀ ਅਗਰ ਇਹ ਸੋਕਾ ਥੋੜਾ ਜਿਹਾ ਨਾ ਇਹਨੂੰ ਸਾਂਭਿਆ ਗਿਆ ਤੇ ਜਿਹੜੀ ਬਿਜਲੀ ਹੈਗੀ ਆ ਉਹਦੇ ਉੱਤੇ ਵੀ ਇਸ ਦਾ ਕਾਫੀ ਅਸਰ ਹੋ ਸਕਦਾ। ਬਲਦੇਵ ਜੀ। ਬਿਲਕੁਲ ਸਰਦੂਲ ਜੀ, ਤੁਸੀਂ ਇਹ ਸੋਕੇ ਦੀ ਗੱਲ ਕੀਤੀ ਆ, ਨਾਲ ਪੰਜਾਬ ਦਾ ਨਾਮ ਵੀ ਲਿਆ ਹੈਗਾ ਕਿ ਆਪਾਂ ਬਚਪਨ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਬਹੁਤ ਦੇਖੀਆਂ। ਪਤਾ ਕੀ ਆ, ਇੱਥੇ ਯੂਰਪ ਦੇ ਵਿੱਚ ਇਹਨਾਂ ਦੀ ਮੈਂ ਕਹੂੰਗਾ ਸਦਮਾ ਇਹ ਆ ਕਿ ਬਈ ਕਿਉਂਕਿ ਇਹ ਇਸ ਤਰ੍ਹਾਂ ਦੇ ਸੋਕੇ ਦੇ ਲਈ ਤਿਆਰ ਨਹੀਂ ਹੈਗੇ, ਤਾਂ ਜਦੋਂ ਵੀ 5-7 ਦਿਨ ਕੋਈ ਸੂਰਜ ਨਿਕਲਦਾ ਹੈਗਾ, ਜਾਣੀ ਕਿ ਝੜ ਵਗੈਰਾ ਨਹੀਂ ਹੁੰਦਾ, ਤੇ ਇਹਨਾਂ ਨੂੰ ਹਫੜਾ ਦਫੜੀ ਪੈ ਜਾਂਦੀ ਆ, ਕਿਉਂਕਿ ਇਹ ਇਸ ਤਰ੍ਹਾਂ ਦੇ ਮੌਸਮ ਦੇ ਲਈ ਯੂਰਪ ਦੇ ਦੇਸ਼ ਜਿਹੜੇ ਆ ਉਹ ਤਿਆਰ ਨਹੀਂ ਹੁੰਦੇ। ਤੇ ਤੁਹਾਨੂੰ ਯਾਦ ਹੋਣਾ ਕਿ ਆਪਾਂ ਨੂੰ ਪੂਰਾ ਯਾਦ ਹੈ ਕਿ ਆਪਣੇ ਬਚਪਨ ਦੇ ਵਿੱਚ ਕਦੇ ਇਸ ਤਰ੍ਹਾਂ ਦੀ ਹਫੜਾ ਦਫੜੀ ਆਪਾਂ ਪੰਜਾਬ ਦੇ ਵਿੱਚ ਨਹੀਂ ਸੀ ਸੁਣਦੇ। ਹਾਲਾਂਕਿ ਉੱਥੇ ਹਰ ਰੋਜ਼ ਸੂਰਜ ਬੜੀ ਬੁਰੀ ਤਰ੍ਹਾਂ ਨਾਲ ਨਿਕਲਦਾ ਸੀ, ਸਿਖਰ ਦੁਪਹਿਰੇ ਐਨ ਵਾਹਵਾ ਗਰਮੀ ਹੁੰਦੀ ਸੀ। ਤੇ ਨਾ ਉੱਥੇ ਕਦੇ ਸੁਣਿਆ ਸੀ ਵੀ ਜਿਹੜੇ ਜੰਗਲ ਹੈਗੇ ਉਹਨਾਂ ਨੂੰ ਅੱਗਾਂ ਲੱਗ ਗਈਆਂ, ਤੇ ਨਾ ਹੀ ਕਦੇ ਸੁਣਿਆ ਸੀ ਵੀ ਉਹ ਪਾਣੀ ਦੀ ਕਿੱਲਤ ਹੋ ਗਈ ਆ। ਤੇ ਇੱਥੇ ਤੁਸੀਂ ਕਿਹਾ ਹੈਗਾ ਕਿ ਬਈ ਜਿਹੜੇ ਦਰਿਆ ਹੈਗੇ ਆ ਉਹ ਸੁੱਕ ਰਹੇ ਆ, ਤੇ ਜਿਹੜੇ ਰੈਜ਼ਰਵਾਇਰ ਜਿੱਥੋਂ ਕਿ ਹਰ ਸ਼ਹਿਰ ਨੂੰ ਪਾਣੀ ਸਪਲਾਈ ਹੁੰਦਾ, ਉਹਨਾਂ ਦਾ ਜਿਹੜਾ ਪਾਣੀ ਦਾ ਲੈਵਲ ਆ ਉਹ ਘਟ ਰਿਹਾ ਹੈਗਾ। ਸੋ ਕਿਉਂਕਿ ਤਿਆਰ ਨਹੀਂ ਹੁੰਦੇ ਇਸ ਤਰ੍ਹਾਂ ਦੀ ਹਾਲਾਤ ਨੂੰ ਸਾਹਮਣਾ ਕਰਨ ਦੇ ਲਈ, ਤੇ ਉਹ ਜਿਹੜੀ ਹਫੜਾ ਦਫੜੀ ਆ ਉਹ ਮੱਲੋ ਮੱਲੀ ਪੈ ਰਹੀ ਹੈਗੀ ਆ। ਤੇ ਦੂਸਰੀ ਹੈਗੀ ਆ ਕਿ ਵੀ ਤੁਸੀਂ ਕਿਹਾ ਹੈਗਾ ਕਿ ਇਹਦਾ ਜਿਹੜਾ ਬਿਜਲੀ ਤੇ ਵੀ ਬਿਜਲੀ ਦੇ ਸੰਕਟ ਵੀ ਪੈਦਾ ਕਰਦਾ ਹੈਗਾ। ਦੇਖੋ, ਉੱਥੇ ਆਪਾਂ ਪੰਜਾਬ 'ਚ ਹੁੰਦੇ ਸੀ ਤਾਂ ਆਪਾਂ ਬਿਜਲੀ ਦੇ ਸੰਕਟ ਲਈ ਸਦਾ ਹੀ ਤਿਆਰ ਰਹਿੰਦੇ ਸੀ,
ਵੀ ਕਦੋਂ ਇਹ ਚਲੇ ਜਾਣੀ ਹੈ ਤੇ ਕਦੋਂ ਇਹ ਆਉਣੀ ਹੈਗੀ ਆ। ਤੇ ਉਹ ਜਿਹੜਾ ਬਿਜਲੀ ਦਾ ਸੰਕਟ ਇਹ ਆ ਕਿ ਜਿਹੜੇ ਇੱਥੇ ਪਾਵਰ ਸਟੇਸ਼ਨ ਹੈਗੇ ਆ, ਉਹ ਪਾਣੀ ਬਹੁਤ ਵਰਤਦੇ ਹੈਗੇ ਆ ਕੂਲਿੰਗ ਪਰਪਸਿਸ ਦੇ ਲਈ। ਜੇਕਰ ਲਾਗਲੇ ਪਾਣੀ ਦੀ ਸਪਲਾਈ ਦੇ ਰਿਜ਼ਰਵਾਇਰ ਦੇ ਵਿੱਚ ਲੈਵਲ ਜਿਹੜਾ ਘਟ ਜਾਂਦਾ, ਤੇ ਉਹ ਜਿਹੜੀ ਬਿਜਲੀ ਦੀ ਪ੍ਰੋਡਕਸ਼ਨ ਹੈਗੀ ਆ, ਉਹਦੇ ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈਗਾ। ਇਸ ਲਈ ਅੱਜ ਕੱਲ ਇਹ ਹਫੜਾ ਦਫੜੀ ਪਈ ਹੋਈ ਹੈਗੀ ਆ ਕਿ ਬਈ ਫਰਾਂਸ ਵਾਲੇ ਤਾਂ ਇਹ ਕਹਿ ਰਹੇ, ਉੱਥੋਂ ਦੇ ਜਿਹੜੇ ਫਾਇਰ ਫਾਈਟਰਸ ਆ ਉਹ ਤਾਂ ਇਹ ਕਹਿ ਰਹੇ ਆ ਕਿ ਅਸੀਂ ਜਿਹੜੀ ਹੈਗਾ ਮੀਂਹ ਆ ਉਹਦੀ ਇੰਤਜ਼ਾਰ ਕਰ ਰਹੇ ਆ, ਤੇ ਅਸੀਂ ਵਿੰਟਰ ਦੀ ਇੰਤਜ਼ਾਰ ਕਰ ਰਹੇ ਆ, ਤੇ ਅਸੀਂ ਭਗਵਾਨ ਦੀ ਇੰਤਜ਼ਾਰ ਕਰ ਰਹੇ ਆ। ਜਾਣੀ ਕਿ ਫਰਾਂਸ ਦੇ ਵਿੱਚ ਇੰਨੀ ਬੁਰੀ ਹਾਲਤ ਹੋ ਗਈ ਆ ਕਿ ਉਹਨਾਂ ਦੀਆਂ ਹੀਲਾਂ ਇਹਨੇ ਕਰਾ ਦਿੱਤੀਆਂ ਹੈਗੀਆਂ। ਇਹ ਜਿਹੜਾ ਸੋਕਾ ਆ, ਆਪਣੇ ਮੁਲਕ ਇੰਗਲੈਂਡ ਦੇ ਵਿੱਚ ਇਹਦਾ ਅਸਰ ਕੁਝ ਘਟਿਆ, ਪਰ ਹੌਲੀ ਹੌਲੀ ਇਹਦਾ ਅਸਰ ਵੱਧਦਾ ਜਾ ਰਿਹਾ। ਹਾਂਜੀ, ਇਹ ਕੁਲਦੀਪ ਜੀ ਜਦੋਂ ਇਹ ਗੱਲਾਂ ਕਰ ਰਹੇ ਹੈਗੇ ਵੈਸੇ ਬਲਦੇਵ ਜੀ ਹੁਣਾਂ ਨੇ ਫਰਾਂਸ ਵਾਲੀ ਵੀ ਕਿਉਂਕਿ ਜਰਮਨ ਦੇ ਵਿੱਚ ਵੀ ਇਹੀ ਹਾਲ ਹੈ। ਜਦੋਂ ਅਸੀਂ ਇਹ ਐਨਰਜੀ ਸਪਲਾਈ ਦੀ ਗੱਲ ਕਰਦੇ ਹਾਂ ਤੇ ਜਿਹੜੀ ਜਨਰੇਟ ਕੀਤੀ ਜਾਂਦੀ ਹੈਗੀ ਹੈ ਨਿਊਕਲੀਅਰ ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਚੇਂਜ ਆ ਚੁੱਕੀ ਆ ਸਿੰਸ 2021 ਤੋਂ ਲੈ ਕੇ ਹੁਣ ਜਨਵਰੀ ਜੁਲਾਈ ਤੱਕ -12% ਤੇ ਗੈਸ ਜਿਹੜਾ ਹੈਗਾ ਉਹ ਤਕਰੀਬਨ ਠੀਕ ਹੀ ਆ, ਤੇ ਵਿੰਡ ਫਾਰਮਿੰਗ ਜਿਹੜੀ ਉਹ ਵੀ ਪਲੱਸ ਦੇ ਵਿੱਚ ਹੈਗੀ ਆ, ਕੋਲ ਜਿਹੜਾ ਉਹ ਵੀ ਪਲੱਸ ਦੇ ਵਿੱਚ ਹੈਗਾ, ਤੇ ਹਾਈਡ੍ਰੋਲਿਕ ਜਿਹੜੀਆਂ ਚੀਜ਼ਾਂ ਦੇ ਨਾਲ ਇਹ ਪੈਦਾ ਕੀਤੀ ਜਾਂਦੀ ਆ ਉਹ ਵੀ -20, ਤੇ ਸੋਲਰ ਸਿਸਟਮ ਜਿਹੜਾ ਉਹ +23%। ਯਾਨੀ ਇਹ ਜਿਹੜੇ ਇਹਨਾਂ ਦੇ ਮਤਲਬ ਜਿਸ ਤਰੀਕੇ ਦੇ ਨਾਲ ਇਹ ਬਿਜਲੀ ਪੈਦਾ ਕਰਦੇ ਹੈ, ਜਿਹੜੀ ਬਲਦੇਵ ਨੇ ਕਿਹਾ ਵੀ ਇੰਡੀਆ ਦੇ ਵਿੱਚ ਤਾਂ ਹਨਾ ਆ ਗਈ ਬੜੀ ਚੇਤੇ ਕਰਦੇ ਹੁੰਦੇ ਵੀ ਬਿਜਲੀ ਆ ਗਈ ਆ, ਤੇ ਜਾਣ ਦੇ ਵੇਲੇ ਤਾਂ ਪਤਾ ਨਹੀਂ ਸੀ ਲੱਗਦਾ ਹੁੰਦਾ। ਸੋ ਉਹ ਜਿਹੜੀ ਸਾਇੰਟੀਫਿਕ ਪੁਆਇੰਟ ਆਫ ਵਿਊ ਦੇ ਨਾਲ ਵੀ ਦੇਖਿਆ ਜਾਵੇ ਜਿਹੜੀ ਵਾਟਰ ਸਪਲਾਈਜ਼ ਆ ਉਹ ਕਾਫੀ ਤੋਂ ਜ਼ਿਆਦਾ ਇਹਦੇ ਤੇ ਅਸਰ ਹੈਗਾ ਇਸ ਵੇਲੇ। ਤੇ ਜਿਹੜੇ ਅਫੀਸ਼ੀਅਲ ਫਿਗਰਸ ਜਿਹੜੇ ਹੈਗੇ ਆ ਉਹਨਾਂ ਦੇ ਮੁਤਾਬਕ ਤੇ ਇਹ ਕਾਫੀ ਚਿਰ ਲੱਗਣਾ ਹੈਗਾ ਕਿ ਮੁੜ ਕੇ ਇਸ ਚੀਜ਼ ਨੂੰ ਲਿਆਉਣ ਦੇ ਲਈ। ਜੇ ਮੀਂਹ ਪੈਂਦਾ ਵੀ ਹੈਗਾ ਇੱਕਦਮ ਤੇ ਉਹ ਜਿਹੜੀ ਧਰਤੀ ਇੰਨੀ ਸੁੱਕੀ ਹੋਈ ਹੁੰਦੀ ਹੈ ਉਹਨੂੰ ਅਬਜ਼ੌਰਬ ਨਹੀਂ ਕਰਦੀ, ਉਹ ਸੰਭਾਲ ਨਹੀਂ ਸਕਦੀ, ਤੇ ਉਹਦੇ ਕਰਕੇ ਜਿਹੜੇ ਫਲੱਡ ਜਿਹੜੇ ਹੈਗੇ ਆ ਉਹ ਆਉਂਦੇ ਕਿਉਂਕਿ ਪਾਣੀ ਉੱਪਰ ਦੀ ਉੱਪਰ ਤੁਰਿਆ ਜਾਂਦਾ ਹੈਗਾ। ਤੇ ਇਹ ਹੁਣ ਫੋਰਕਾਸਟ ਇਹਨਾਂ ਨੇ ਕਰ ਦਿੱਤੀ ਹੈਗੀ ਹੈ ਵੀ ਇਸ ਹਫ਼ਤੇ ਦੇ ਵਿੱਚ ਕੋਈ ਥੰਡਰ ਜਾਂ ਮੀਂਹ ਦੇ ਛਰਾਟਿਆਂ ਦਾ ਕਾਫੀ ਇਹਨਾਂ ਦੀ ਵੈਲਕਮ ਤੌਰ ਦੇ ਉੱਤੇ ਇਹ ਕਰ ਰਹੇ ਹੈਗੇ ਆ। ਪਰ ਇਹ ਲੌਂਗ ਟਰਮ ਇਫੈਕਟ ਜਿਹੜਾ ਹੈਗਾ, ਕਿਉਂਕਿ ਤੁਸੀਂ ਐਜ਼ ਏ ਲੋਕਲ ਕਾਉਂਸਲ ਦੇ ਵਿੱਚ ਵੀ ਲੋਕਾਂ ਦੇ ਉੱਤੇ ਕਾਫੀ ਇਹਦਾ ਪ੍ਰਭਾਵ ਪੈਂਦਾ ਹੋਵੇਗਾ, ਕੀ ਕਹਿਣਾ ਚਾਹੋਗੇ? ਹਾਂਜੀ, ਬਿਲਕੁਲ ਠੀਕ ਆ ਜੀ, ਇਹ ਤਾਂ ਗੱਲ ਹੈ ਭਈ ਜੋ ਕੁਛ ਵੀ ਹੈਗਾ। ਪਰ ਪ੍ਰੋਬਲਮ ਇਹਨਾਂ ਦੀ ਇੱਥੇ ਆ ਜੀ, ਯੂਕੇ ਦੇ ਵਿੱਚ ਕਿ ਲੈਂਡ ਹੈ ਨਹੀਂ, ਕਿਉਂਕਿ ਅਮਰੀਕਾ ਵਿੱਚ ਤੁਸੀਂ ਦੇਖੋ ਜਾਂ ਕੈਨੇਡਾ 'ਚ ਉਹ ਜਿਹੜੇ ਰਿਜ਼ਰਵਾਇਰ ਜਿਹੜੇ ਹੈਗੇ, ਛੱਪੜ ਜਿਹੜੇ ਆ ਮੀਲਾਂ ਬੱਧੀ ਹੈਗੇ ਆ, ਪਤਾ ਨਹੀਂ ਲੋਕਾਂ ਨੂੰ ਉਹ ਕਿੰਨੇ ਵੱਡੇ ਹੈਗੇ ਆ, ਤੇ ਉਹ ਪਾਣੀ ਜਿਹੜੇ ਮੀਂਹ ਪੈਂਦਾ ਤੇ ਉਸ ਦੇ ਵਿੱਚ ਸਟੋਰ ਹੋ ਜਾਂਦਾ। ਜਿੱਦਾਂ ਕਹਿ ਲਾ ਤਾਂ ਲੋਕ ਬੋਟ ਵੀ ਉੱਥੇ ਚਲਾਉਂਦੇ ਜਾਂ ਕਰਦੇ ਜਾਂ ਦੌੜੇ ਭੱਜੇ ਫਿਰਦੇ। ਪਰ ਸਾਡੇ ਜਿਹੜੇ ਹੈਗੇ ਆ ਇੱਥੇ ਰਿਜ਼ਰਵਾਇਰ, ਜਾਂ ਇੱਥੇ ਜਿੱਥੇ ਮੈਂ ਰਹਿੰਦਾ, ਸਾਡਾ 7 ਟਰੰਟ ਪਾਣੀ ਵਾਲੇ ਹੈਗੇ ਆ, ਉਹਨਾਂ ਦੇ ਜਿਹੜੇ ਹੈਗੇ ਆ ਉਹ ਬੜੇ ਛੋਟੇ ਹੀ ਆ। ਜਿਸ ਵਕਤ ਤੇ ਮੀਂਹ ਨਾ ਪਵੇ, ਮਹੀਨਾ ਪਰ ਜਾਂ ਕੁਝ ਵੀ, ਉਹ ਸੁੱਕਣੇ ਸ਼ੁਰੂ ਹੋ ਜਾਂਦੇ, ਜਿਸ ਤਰ੍ਹਾਂ ਤੁਸੀਂ ਦਿਖਾ ਲਿਆ ਹੀ ਹੈਗਾ ਆ। ਇਹ ਵੀ ਥੋੜ੍ਹੀ ਜਿਹੀ ਇਹਨਾਂ ਦੀ ਪ੍ਰੋਬਲਮ ਹੈਗੀ ਆ। ਪਰ ਫਿਰ ਵੀ ਦੇਖੋ ਹੁਣ ਅੱਜ ਕੱਲ ਕਈਆਂ ਇਲਾਕਿਆਂ ਵਿੱਚ ਤਾਂ ਇੱਥੇ ਸਾਡੇ ਤਾਂ ਹੈ ਨਹੀਂ ਗਾ, ਮਿਡਲੈਂਡ ਦੇ ਵਿੱਚ ਹਾਲੇ ਹੋਸ ਪਾਈਪ ਬੈਨ ਕੀਤਾ, ਪਰ ਕਈਆਂ ਇਲਾਕਿਆਂ ਦੇ ਵਿੱਚ ਇੱਧਰ ਉਹਨਾਂ ਨੇ ਹੋਸ ਪਾਈਪ ਵੀ ਬੈਨ ਕਰ ਦਿੱਤੀ ਹੈਗੀ ਆ। ਅਤੇ 76 ਦੀ ਤੁਸੀਂ ਗੱਲ ਕੀਤੀ ਆ, ਉਦੋਂ ਕਈਆਂ ਥਾਵਾਂ ਤੇ ਪਾਣੀ ਬਿਲਕੁਲ ਹੀ ਮੁੱਕ ਗਿਆ ਸੀਗਾ, ਤੇ ਉਹ ਸਟੈਂਪ ਜਿਹੜੇ ਟੈਂਕਾਂ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਸੀਗੇ, ਤੇ ਲੇਡੀਜ਼ ਨੇ ਜਾ ਕੇ ਆਪਣੀਆਂ ਬਾਲਟੀਆਂ ਤੇ ਭਰਨੀਆਂ ਹੈਗੀਆਂ ਆ। ਤੇ ਇੱਕ ਹੋਰ ਵੀ ਗੱਲ ਇਹਨਾਂ ਦੀ ਬੜੀ ਹੈਗੀ ਆ ਕਿ ਪਾਣੀ ਨਾ ਜੀ, ਇਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਹੈਗਾ, ਜਿਹੜੀਆਂ ਪਾਈਪਾਂ ਹੈਗੀਆਂ ਉਹ ਹੈਗੀਆਂ ਬਹੁਤ ਪੁਰਾਣੀਆਂ, ਕਹਿੰਦੇ ਹੁੰਦੇ ਆ ਵਿਕਟੋਰੀਅਨ ਏਜਿਸ ਦੀਆਂ ਹੈਗੀਆਂ, ਉਹ ਲੀਕ ਬਹੁਤ ਕਰਦੀਆਂ ਹੈਗੀਆਂ ਆ। ਤੇ ਉਹਨੂੰ ਬਣਾ ਰਹੇ ਹੈਗੇ ਆ ਤੇ ਰਿਪੇਅਰ ਵੀ ਕਰਦੇ ਆ, ਪਰ ਫਿਰ ਵੀ ਉਹ ਅੱਜ ਤੋਂ 100-150 ਪੁਰਾਣੀਆਂ ਹੈਗੀਆਂ, ਉਹਨੂੰ ਬਣਾ ਰਹੇ ਹੈਗੇ ਆ, ਪਰ ਫਿਰ ਵੀ ਉਹਨਾਂ ਦਾ ਲੀਕ, ਕਹਿੰਦੇ ਮਿਲੀਅਨਸ ਆਫ ਗੈਲਨਸ ਪਾਣੀ ਜਿਹੜਾ ਹੈਗਾ ਨਾ ਲੀਕ ਕਰਦਾ ਹੈ। ਕਿਸੇ ਵੇਲੇ ਤੁਸੀਂ ਦੇਖਦੇ ਟਾਊਨ ਸੈਂਟਰ ਦੇ ਵਿੱਚ ਇੱਕਦਮ ਹੀ ਉੱਬੜਨਾ, ਤੇ ਉਹ 2-2 ਦਿਨ ਠੀਕ ਨਹੀਂ ਕਰਦੇ ਹੈਗੇ। ਇਸ ਕਰਕੇ ਕਈ ਇਹਨਾਂ ਦੀ ਇੱਥੇ ਪ੍ਰੋਬਲਮਾਂ ਹੈਗੀਆਂ। ਕਈ ਇਹ ਕਰ ਸਕਦੇ ਆ ਉਹਦੇ ਬਾਰੇ ਕੁਝ ਪਾਣੀ ਦੇ, ਤੇ ਕਈਆਂ ਦੇ ਬਾਰੇ ਇਹ ਨਹੀਂ ਵੀ ਕਰ ਸਕਦੇ ਹੈਗੇ ਆ। ਪਰ ਇਹਨਾਂ ਦੀ ਮੇਨ ਪ੍ਰੋਬਲਮ ਇਹ ਹੈਗੀ ਆ ਕਿ ਮੇਰਾ ਖਿਆਲ ਆ ਕਿ ਲੈਂਡ ਹੈਗਾ, ਤੇ ਇਹਨਾਂ ਦੇ ਹਾੜੇ ਰਿਜ਼ਰਵਾਇਰ ਦੇ ਛੱਪੜ ਜਿਹੜੇ ਹੈਗੇ ਆ ਉਹ ਬਹੁਤਾ ਸਟੋਰੇਜ ਨਹੀਂ ਕਰਦੇ ਜੀ। ਹਾਂਜੀ।
ਬਲਦੇਵ ਜੀ ਇਹਦੇ ਨਾਲ ਹੀ ਜਿਹੜੀ ਹੈਗੀ ਹੈ ਵੀ ਹਾਊ ਡਰਾਊਟ ਅਫੈਕਟਸ ਦ ਫੂਡ ਐਂਡ ਵਾਈਲਡ ਲਾਈਫ ਤੇ ਹਾਊ ਕਲਾਈਮੇਟ ਲਿੰਕ ਟੂ ਦ ਡਰਾਊਟ, ਇਹ ਦੋ ਪੁਆਇੰਟ ਜਿਹੜੇ ਆ ਬੜੇ ਸਟਰੋਂਗ ਹੈਗੇ ਆ, ਜਿਹਦੇ ਵਿੱਚ ਇਸ ਵੇਲੇ ਤੁਸੀਂ ਜਾ ਕੇ ਸੁਪਰਮਾਰਕੀਟ ਦੇਖੋ, ਜਿਹੜੀਆਂ ਪ੍ਰਾਈਸਾਂ ਹੈਗੀਆਂ, ਮਤਲਬ ਜਿਹੜੀਆਂ ਕੀਮਤਾਂ ਹੈਗੀਆਂ, ਉਹ ਇੱਕਦਮ ਹੀ ਚੱਕੀਆਂ ਹੈਗੀਆਂ। ਹੋ ਸਕਦਾ ਕਈ ਚੀਜ਼ਾਂ ਦੀ ਤਾਂ ਭਾਵੇਂ ਥੋੜ ਨਾ ਵੀ ਹੋਵੇ, ਫਿਰ ਵੀ ਉਹਨਾਂ ਦੇ ਉੱਤੇ ਵੀ ਪੈਣੀ ਦੇ 2 ਪੈਣੀਆਂ ਠੋਕੀਆਂ ਹੋਣੀਆਂ, ਤੇ ਇਹੋ ਜਿਹੀਆਂ ਚੀਜ਼ਾਂ ਹੈਗੀਆਂ। ਪਰ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ, ਜਿਹੜੀਆਂ ਬੜੀਆਂ ਕੰਪਨੀਆਂ ਹੈਗੀਆਂ ਉਹ ਪ੍ਰੋਫਿਟ ਬਣਾ ਰਹੀਆਂ, ਉਹ ਇੱਕ ਥੋੜ੍ਹਾ ਜਿਹਾ ਵੱਖਰਾ ਵਿਸ਼ਾ ਹੈਗਾ। ਪਰ ਇਹਦੇ ਤੇ ਗੱਲ ਦੱਸੋ ਵੀ ਫੂਡ ਐਂਡ ਵਾਈਲਡ ਲਾਈਫ ਐਂਡ ਹਾਊ ਦ ਕਲਾਈਮੇਟ ਅਫੈਕਟਸ ਦੀ ਡਰਾਊਟ। ਦੇਖੋ, ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਵੀ ਫੂਡ ਦੀ ਜਿਹੜੀ ਪ੍ਰਾਈਸਿਸ ਹੈਗੀ ਆ ਉਹਦੇ ਤੇ ਅਸਰ ਤਾਂ ਲਾਜ਼ਮੀ ਹੈਗਾ ਕਿ ਜਦੋਂ ਡਰਾਊਟ ਹੁੰਦੀ, ਆਪਣਾ ਜਿਹੜਾ ਫੂਡ ਦੀ ਸਪਲਾਈ ਆ ਉਹ ਜ਼ਿਆਦਾ ਕਰਕੇ ਯੂਰਪ ਤੋਂ ਆਉਂਦੀ ਆ, ਫਰਾਂਸ ਚੋਂ ਆਉਂਦੀ, ਸਪੇਨ ਦੇ ਵਿੱਚੋਂ ਆਉਂਦੀ ਹੈਗੀ ਆ। ਜੇਕਰ ਉੱਥੇ ਇੰਨਾ ਸੋਕਾ ਪਿਆ ਆ, ਇਹਦਾ ਮਤਲਬ ਕਿ ਵੀ ਉੱਥੇ ਜਿਹੜੀਆਂ ਸਬਜ਼ੀਆਂ ਹੈਗੀਆਂ ਜਾਂ ਫਰੂਟ ਹੈਗੇ ਆ ਉਹਨਾਂ ਤੇ ਵੀ ਅਸਰ ਪਏਗਾ, ਉਹਨਾਂ ਦੀ ਸਪਲਾਈ ਤੇ ਅਸਰ ਪੈਂਦਾ ਹੈਗਾ। ਇਸ ਲਈ ਆਪਾਂ ਨੂੰ ਚਲੋ ਆਪਣੇ ਇੱਥੇ ਜਿਹੜੀਆਂ ਕੰਪਨੀਆਂ ਉਹ ਸਟਾਕ ਤਾਂ ਰੱਖਦੀਆਂ ਹੈਗੀਆਂ, ਲੇਕਿਨ ਉਹਦਾ ਅਸਰ ਜ਼ਰੂਰ ਪੈਂਦਾ। ਪਰ ਦੂਸਰੀ ਗੱਲ ਇਹ ਹੈਗੀ ਆ ਕਿ ਉਹ ਕੰਪਨੀਆਂ ਨੂੰ ਮੌਕਾ ਵੀ ਮਿਲ ਜਾਂਦਾ ਕੀਮਤ ਵਧਾਉਣ ਦਾ, ਜਿਹੜਾ ਕਿ ਉਹ ਹਰ ਵੇਲੇ ਦੇਖਦੇ ਹੀ ਰਹਿੰਦੇ ਆ ਵੀ ਕਿਹੜੀ ਐਕਸਕਿਊਜ਼ ਦੇ ਨਾਲ ਕੀਮਤਾਂ ਵਧਾਈਆਂ ਜਾਣ। ਸੋ ਇਹ ਸੋਕੇ ਦੀ ਜਿਹੜੀ ਬਹਾਨਾ ਹੈਗਾ ਇਹ ਵਧੀਆ ਹੈਗਾ ਕੀਮਤ ਵਧਾਉਣ ਦੇ ਲਈ। ਸੋ ਇੱਥੋਂ ਦੇ ਜਿਹੜੇ ਯੂਰਪ ਦੇ ਕੰਪਨੀਆਂ ਹੈਗੀਆਂ ਵੱਡੀਆਂ, ਉਹ ਕਾਫੀ ਤਿਆਰ ਰਹਿੰਦੀਆਂ ਇਹੋ ਜਿਹੀ ਮੁਸ਼ਕਲ ਨੂੰ ਸਾਹਮਣਾ ਕਰਨ ਦੇ ਲਈ। ਭਾਵੇਂ ਉਹ ਦਿੱਕਤ ਇਸ ਵੇਲੇ ਆ ਰਹੀ ਹੈਗੀ ਆ ਫੂਡ ਦੀ, ਪਰ ਉਹ ਇੰਨੀ ਨਹੀਂ ਹੈਗੀ, ਅਨਲੈਸ ਕਿ ਮਹੀਨਾ 2 ਮਹੀਨੇ ਇਸ ਤਰ੍ਹਾਂ ਦਾ ਕੰਮ ਚੱਲਦਾ ਰਹੇ ਕਿ ਵੀ ਆ ਜਿਹੜਾ ਸੋਕਾ ਪੈਂਦਾ ਰਹੇ, ਹਰ ਰੋਜ਼ ਸੂਰਜ ਨਿਕਲੇ। ਮੈਨੂੰ ਨਹੀਂ ਲੱਗਦਾ ਕਿ ਬਈ ਇੱਥੇ ਇੰਗਲੈਂਡ ਦੇ ਵਿੱਚ 2-3 ਮਹੀਨੇ ਹਰ ਰੋਜ਼ ਸੂਰਜ ਨਿਕਲੇਗਾ। ਸੋ ਪਿਛਲੇ ਕੁਝ ਦਿਨਾਂ ਤੋਂ ਜ਼ਰੂਰ ਹੈਗਾ ਕਿ ਬਈ ਇੱਥੇ ਗਰਮੀ ਬਹੁਤ ਜ਼ਿਆਦਾ ਹੋਈ ਹੈਗੀ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਿਹਾ ਹੈਗਾ, ਫਰਾਂਸ ਤੇ ਜਰਮਨੀ, ਸਪੇਨ ਦੇ ਵਿੱਚ ਇਹਦਾ ਬਹੁਤ ਅਸਰ ਪਿਆ ਹੈਗਾ, ਤੇ ਇਹ ਸੁਭਾਵਿਕ ਹੀ ਹੈ ਕਿ ਬਈ ਇਹਦਾ ਅਸਰ ਜਿਹੜੀ ਆ ਫੂਡ ਸਪਲਾਈ ਤੇ ਜ਼ਰੂਰ ਪਏਗਾ। ਬਾਕੀ ਕਲਾਈਮੇਟ ਚੇਂਜ ਦੀ ਤੁਸੀਂ ਗੱਲ ਕੀਤੀ ਆ, ਬਿਲਕੁਲ ਜਿਹੜੀ ਕੁਦਰਤ ਆ ਉਹਨੇ ਤਾਂ ਆਪਣੇ ਆਪ ਨੂੰ ਐਡਜਸਟ ਕਰਨਾ ਹੀ ਆ। ਜਿਹੜੀ ਆਦਮੀ ਦੀ ਐਕਟੀਵਿਟੀ ਹੈਗੀ, ਇੰਡਸਟਰੀਅਲ ਐਕਟੀਵਿਟੀ ਆ, ਉਹਦੇ ਥਰੂ ਜਿਹੜਾ ਬਹੁਤ ਚਿਰ ਤੋਂ ਇਹ ਚਰਚਾ ਹੋ ਰਿਹਾ ਕਿ ਬਈ ਅਸੀਂ ਜਿਹੜੀਆਂ ਪੈਟਰੋਲ ਬਾਲ ਕੇ ਜਾਂ ਗੈਸ ਬਾਲ ਕੇ ਜਿਹੜੀ ਉਹਦੇ ਬਾਈ ਪ੍ਰੋਡਕਟ ਹੈਗੇ ਆ ਉਹ ਐਟਮੋਸਫੀਅਰ ਦੇ ਵਿੱਚ ਰਿਲੀਜ਼ ਕਰ ਰਹੇ ਹਾਂ, ਤੇ ਉਹਦਾ ਅਸਰ ਤਾਂ ਬਿਲਕੁਲ ਜ਼ਰੂਰ ਹੁੰਦਾ ਹੀ ਹੈਗਾ, ਔਰ ਹੋ ਵੀ ਰਿਹਾ ਹੈਗਾ। ਸੋ ਇਸ ਲਈ ਕੁਦਰਤ ਆ ਕਿ ਉਹਨੇ ਭਾਵੇਂ ਅਸੀਂ ਇਹਦਾ ਜਿਹੜਾ ਕਲਾਈਮੇਟ ਆ ਉਹਨੂੰ ਬਦਲ ਰਹੇ ਹੈਗੇ ਕਿਉਂਕਿ ਸਾਡੀ ਐਕਟੀਵਿਟੀਜ਼, ਆਦਮੀ ਦੀ ਜਿਹੜੀ ਐਕਟੀਵਿਟੀ, ਲੇਕਿਨ ਕੁਦਰਤ ਜਿਹੜੀ ਆ ਉਹ ਆਪਣੇ ਆਪ ਨੂੰ ਐਡਜਸਟ ਕਰਦੀ ਹੈਗੀ ਆ ਉਹਦਾ ਬੈਲੈਂਸ ਅਚੀਵ ਕਰਨ ਦੇ ਲਈ, ਤੇ ਉਸ ਤਰ੍ਹਾਂ ਦਾ ਜਿਹੜਾ ਮੌਸਮ ਆ ਉਹ ਬਦਲਦਾ ਹੈਗਾ। ਸ਼ਾਇਦ ਆਪਾਂ ਉਹੀ ਦੇਖ ਰਹੇ ਹੈਗੇ ਆ ਕਿ ਬਈ ਉਹ ਜਿਹੜੀ ਕਲਾਈਮੇਟ ਚੇਂਜ ਦੀ ਗੱਲਬਾਤ ਹੋ ਰਹੀ ਹੈਗੀ ਆ, ਇਸੇ ਕਰਕੇ ਤੁਸੀਂ ਦੇਖੋ ਇੱਥੇ ਇੰਗਲੈਂਡ ਦੇ ਵਿੱਚ ਬਹੁਤ ਚਿਰ ਤੋਂ ਰਹਿ ਰਹੇ ਆ, ਇਸ ਤਰ੍ਹਾਂ ਦੀ ਦਾ ਸੋਕਾ ਜਿਹਨੂੰ ਕਹਿ ਲਓ ਜਾਂ ਇਸ ਤਰ੍ਹਾਂ ਦਾ ਜਿਹੜਾ ਗਰਮ ਮੌਸਮ ਆ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈਗਾ। ਤੇ ਸਾਇੰਟਿਸਟ ਇਹੀ ਕਹਿ ਰਹੇ ਆ ਕਿ ਬਈ ਇਹ ਕਲਾਈਮੇਟ ਚੇਂਜ ਦੇ ਕਰਕੇ ਹੀ ਸਭ ਕੁਝ ਹੋ ਰਿਹਾ ਹੈਗਾ। ਹਾਂਜੀ, ਤੇ ਨਾਲ ਕੁਲਦੀਪ ਜੀ ਜਿਹੜੀ ਹੈਗੀ ਗੱਲ ਦੇਖੋ ਕਲਾਈਮੇਟ ਚੇਂਜ ਦੀ, ਪਰ ਜਿਹੜੀ ਇੱਕ ਹੋਰ ਵੀ ਪ੍ਰੈਡਿਕਸ਼ਨ ਹੋ ਰਹੀ ਹੈਗੀ ਆ ਉਹ ਇਹ ਹੋ ਰਹੀ ਆ ਕਿ ਦਿਸ ਮੇ ਬੀ ਅ ਲਾਈਕਲੀ ਐਵਰੀ ਈਅਰ, ਕਿ ਕੁਛ ਨਾ ਕੁਛ ਸਮਾਂ ਇਹੋ ਜਿਹਾ ਹੋਵੇਗਾ ਉਹਦੇ ਲਈ ਪ੍ਰੀਪੇਅਰ ਹੋਣ ਦੇ ਲਈ। ਹੁਣ ਜਿੱਦਾਂ ਜਰਮਨ ਵਰਗੇ ਹੈਗੇ ਉਹ ਕਹਿੰਦੇ ਸਾਡੇ ਕੋਲ ਸਿਰਫ 30 ਸੈਂਟੀਮੀਟਰ ਰਹਿ ਗਏ। ਹੁਣ ਇੱਕ ਨਾਲ ਇੱਕ ਹੋਰ ਪੁਆਇੰਟ ਆਉਂਦਾ ਹੈਗਾ, ਅੱਗੇ ਤਾਂ ਸੀਗਾ ਨਾ ਵੀ ਬੰਦਾ ਬੜਾ ਟੌਰ ਦੇ ਨਾਲ ਸੀਗਾ ਵੀ ਮੈਂ ਬੋਤਲ ਦਾ ਪਾਣੀ ਪੀਣਾ। ਹੁਣ ਇੱਕ ਨੈਸੈਸਿਟੀ ਜਿਹੀ ਬਣ ਗਈ ਹੈਗੀ ਆ ਵੀ ਹਰ ਕੋਈ ਬੰਦੇ ਦੇ ਹੱਥ 'ਚ ਹੋਰ ਕੁਛ ਨਹੀਂ, ਤੇ ਉਹ ਬੋਤਲ ਲੈ ਕੇ ਵੀ ਤੁਰਿਆ ਫਿਰਦਾ, ਜਾਂ ਸੜਕਾਂ ਦੇ ਉੱਤੇ ਕਿਤੇ ਵੀ ਜਾਂਦਾ ਹੈਗਾ ਪਾਣੀ ਦੀ ਬੋਤਲ ਨਾਲ ਹੀ ਰੱਖਦਾ ਹੈਗਾ। ਸੋ ਇੱਕ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈਗੀ ਆ। ਪਰ ਮੈਂ ਇੱਕ ਪੁਆਇੰਟ ਬਲਦੇਵ ਜੀ ਤੁਸੀਂ ਵੀ ਸ਼ਾਇਦ ਇਹਨੂੰ ਮੈਂਸ਼ਨ ਕਰਨਾ ਚਾਹੋ, ਤੇ ਜਿੱਥੇ ਆਪਣਾ ਪੁਆਇੰਟ ਆਉਂਦਾ ਗੁਰਦੁਆਰਿਆਂ ਦਾ, ਸਿੱਖੀ ਦਾ, ਜਿੱਥੇ ਲੰਗਰ ਅਤੁੱਟ ਵਰਤਦੇ ਹੈਗੇ ਆ। ਫੂਡ ਦੀ ਗੱਲ ਤਾਂ ਉੱਥੇ ਵੀ ਹੈਗੀ ਹੈ ਨਾ, ਕਿਉਂਕਿ ਹੁਣ ਕਿਸੇ ਪਾਸੇ ਤਾਂ ਫੂਡ ਆਉਂਦਾ ਦੇਖੋ, ਫਿਰ ਵੀ ਆਪਣੀ ਜਿਹੜੀ ਮਨ ਦੀ ਭਾਵਨਾ ਹੈਗੀ ਆ, ਸ਼ਰਧਾ ਹੈਗੀ ਆ, ਉਹਦੇ ਮੁਤਾਬਕ ਅਸੀਂ ਉਹ ਜਿਹੜਾ ਫੂਡ ਆ ਜਾਂ ਉਹ ਚੜਾਉਣੇ ਆ, ਮੱਥਾ ਟੇਕਦੇ, ਸਾਰਾ ਕੁਝ ਹੈਗਾ ਉਹਦੇ ਨਾਲ
ਜਿਹੜੇ ਲੰਗਰ ਆ ਉਹ ਅਤੁੱਟ ਵਰਤਦੇ ਆ, ਤੇ ਜਿੱਥੇ ਕੁਦਰਤ ਦੀ ਕਰੋਪੀ ਇਸ ਪਾਸੇ ਵੀ ਹੋ ਸਕਦੀ ਹੈਗੀ ਆ, ਤੇ ਦੂਸਰੇ ਪਾਸੇ ਸਿੱਖਾਂ ਦੇ ਉੱਤੇ ਵਾਹਿਗੁਰੂ ਦੀ ਮਿਹਰ ਇੱਕ ਇਹ ਵੀ ਹੈਗੀ ਆ। ਕੁਲਦੀਪ ਜੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਨਹੀਂ ਲੰਗਰ ਲੰਗਰ ਤਾਂ ਸਾਡਾ ਟੁੱਟ ਵਰਤੇਗਾ ਹੀ, ਜਿੱਥੇ ਮਰਜ਼ੀ ਅਸੀਂ ਹੋਈਏ। ਛੋਟਾ ਗੁਰਦੁਆਰਾ ਸਾਹਿਬ ਹੋਵੇ, ਛੋਟਾ ਹੈਗਾ, ਪਰ ਉਹ ਤਾਂ ਹੋਣਾ ਹੀ ਆ ਸਾਡਾ। ਪਰ ਤੁਸੀਂ ਗੱਲ ਕਰਦੇ ਹੈਗੇ ਆ ਕਿ ਪਾਣੀ ਦੀ ਜਿਹੜੀ ਹੈਗੀ ਆ, ਜਾਂ ਜੋ ਵੀ ਪਾਣੀ ਦਾ ਹੈਗਾ ਇਹ ਚੱਕਰ ਹੈਗਾ ਆ, ਤੇ ਇਹ ਤਾਂ ਹੁਣ ਲੋਕੀ ਉਹਦੇ ਵਿੱਚ ਪਾਏ ਹੋਏ ਹੁੰਦੇ ਨਾ, ਬੋਤਲਾਂ ਦੇ ਵਿੱਚ। ਉਹ ਸਿਰਫ ਹਾਂਜੀ। ਜਿਹੜੇ ਬੋਤਲਾਂ ਵਾਲੇ ਹੁੰਦੇ ਆ, ਉਹ ਇਹ ਨੈਸੈਸਰਲੀ, ਇਹਦਾ ਮਤਲਬ ਇਹ ਨਹੀਂ ਜਿਵੇਂ ਮੈਂ ਬਾਹਰ ਜਾਣਾ, ਮੈਂ ਬੋਤਲ ਲੈ ਪਾਇਆ ਹੁੰਦਾ, ਪਰ ਪਾਣੀ ਮੈਂ ਘਰੋਂ ਆਪਣਾ ਟੈਪ ਦਾ ਹੀ ਪਾ ਕੇ ਨਾ ਜੀ, ਕਾਰ ਦੇ ਵਿੱਚ ਜਾਂ ਬਾਹਰ ਕਿਤੇ ਲੈ ਕੇ ਜਾਣਾ ਹੈਗਾ ਆ। ਮੈਂ ਹੂੰ। ਕਿਤੇ ਖਰੀਦ ਲਈਦਾ ਹੈਗਾ ਬੋਤਲ ਵੀ, ਵੈਸੇ ਓਦਾਂ ਉਹ ਵੀ ਬੜੇ ਮਹਿੰਗੇ ਹੁੰਦੇ ਆ, ਆਉਂਦੀ ਹੈਗੀ ਆ ਯੈਸ। ਪਾਉਂਡ ਦੀ ਜਾਂ ਏਦਾਂ ਕੁਛ ਵੀ ਆ। ਤੇ ਇਸ ਕਰਕੇ ਉਹ ਪਾਣੀ ਜਿਹੜਾ ਹੈਗਾ ਆ, ਉਹ ਘਰੋਂ ਹੀ ਚੰਗਾ ਹੈਗਾ ਕਿ ਲੈ ਕੇ ਜਾਓ, ਕਿਉਂਕਿ ਟੈਪ ਦਾ ਪਾਣੀ ਇੱਥੇ ਬੜਾ ਹੈਲਥੀ ਹੈਗਾ, ਇਹਦੇ ਵਿੱਚ ਕੋਈ ਨਥਿੰਗ ਰੋਂਗ ਵਿਦ ਇਟ। ਉਹ ਤਾਂ ਯਾ ਪਾਣੀ ਵਾਲੇ ਰਾਵੀ ਵੇਚਦੇ ਹੈਗੇ ਆ, ਤੇ ਬਾਹਰੋਂ ਜਿੱਦਾਂ ਹੈਗੇ ਆ। ਇਸ ਕਰਕੇ ਗੁਰਦੁਆਰਿਆਂ ਦੇ ਵਿੱਚ ਵੀ ਟੈਪ ਦਾ ਹੀ ਪਾਣੀ ਆ। ਇਟਸ ਅ ਕੁਆਇਟ ਹੈਲਥੀ ਵਨ ਐਕਚੁਅਲੀ। ਯਾ ਇਹ ਕੁਲਦੀਪ ਜੀ, ਆਪਣੇ ਬਲਦੇਵ ਜੀ, ਹਾਂਜੀ, ਤੁਸੀਂ ਇਹਦੇ 'ਚ ਕੁਛ ਕਹਿਣਾ ਚਾਹੋ, ਠੀਕ ਹੈ, ਪਰ ਮੈਂ ਅਗਲੀ ਜਿਹੜੀ ਗੱਲ ਲੈ ਕੇ ਆਉਣੀ ਚਾਹੁੰਦਾ ਉਹ ਹੈਗੀ ਆ ਸਲਮਾਨ ਰੁਸ਼ਦੀ, ਜਿਹੜਾ ਇਹ ਬੜਾ ਫੇਮਸ ਰਾਈਟਰ ਹੈਗਾ, ਜਿਹਨੇ ਸਟੈਨਿਕ ਵਰਸਿਸ ਲਿਖੀ ਸੀ। ਉਹਦੇ ਤੇ ਕਾਫੀ ਉਹਦੇ ਤੇ ਫਤਵਾ ਵੀ ਲਾਇਆ ਗਿਆ ਸੀ ਵੀ ਇਹਨੂੰ ਮਾਰ ਦਿੱਤਾ ਜਾਵੇ, ਇਰਾਨੀਅਨ ਦੇ। ਹੁਣ ਜਿਹੜਾ ਉਹ ਅਮਰੀਕਾ ਦੇ ਵਿੱਚ ਆਪਣੀ ਪ੍ਰੈਜੈਂਟੇਸ਼ਨ ਸਪੀਚ ਕਰਨ ਗਿਆ ਸੀ, ਉਹਦੇ ਤੇ ਸਟੇਜ ਦੇ ਉੱਤੇ ਜਾ ਕੇ ਉਹ ਜਿਹੜਾ ਦੱਸਿਆ ਵੀ ਜਾਂਦਾ ਹੈਗਾ ਵੀ ਇਰਾਨੀਅਨ origin ਦਾ ਇਹੀ ਹੈ, ਜਿਹਨੇ ਉਹਦੇ ਤੇ ਕਾਫੀ ਜਾਨਲੇਵਾ ਅਟੈਕ ਕੀਤਾ ਹੈਗਾ, ਜਿਹਦੇ ਨਾਲ ਇਸ ਵੇਲੇ ਉਹ ਵੈਂਟੀਲੇਟਰ ਤੇ ਵੀ ਸੀ। ਵੈਂਟੀਲੇਟਰ ਤਾਂ ਹੁਣ ਉਹਦਾ ਬੰਦ ਕਰ ਦਿੱਤਾ ਗਿਆ ਹੈਗਾ, ਤੇ ਇਹ ਵੀ ਦੱਸਿਆ ਜਾਂਦਾ ਹੈਗਾ ਵੀ ਉਹਦੀ ਇੱਕ ਅੱਖ ਜਾ ਸਕਦੀ ਹੈ, ਤੇ ਪਰ ਹੀ ਇਜ਼ ਸਟਿਲ ਇਨ ਕ੍ਰਿਟੀਕਲ ਆਪਣੇ ਕੰਡੀਸ਼ਨ ਦੇ ਵਿੱਚ ਹੈਗਾ ਅਮਰੀਕਾ ਦੇ ਵਿੱਚ। ਤੇ ਜੇ ਇਹ ਦੇਖੋ ਵੀ ਮੇਰਾ ਖਿਆਲ ਕਿਸੇ ਐਜ ਦੇ ਉੱਤੇ ਹੀ ਇੱਕ ਬੈਠਾ ਸੀ, ਇਹ ਕਦੀ ਨਾ ਕਦੀ ਇਹਦੇ ਤੇ ਅਟੈਕ ਦੀ ਸੰਭਾਵਨਾ ਜ਼ਰੂਰ ਹੀ ਸੀ ਵੀ ਕਦੋਂ ਹੋਣੀ ਜਾਂ ਨਹੀਂ ਹੋਣੀ, ਤੇ ਉਹ ਆਪਣੇ ਆਪ ਨੂੰ ਬਚਾ ਕੇ ਹੀ ਜਿੱਥੇ ਵੀ ਜਾਂਦਾ ਸੀ ਰੱਖਦਾ ਸੀ। ਤੇ ਕੀ ਇਹੋ ਜਿਹੀ ਜਿਹੜੀਆਂ ਚੀਜ਼ਾਂ ਹੈਗੀਆਂ, ਤੇ ਜਿਹੜੀ ਫਰੀडम ਆਫ ਸਪੀਚ ਦੀ ਗੱਲ ਕਰਦੇ ਆ ਜਾਂ ਹੋ ਹੈਗਾ, ਤੇ ਜਾਂ ਕਿਸੇ ਦੇ ਧਰਮ ਦੇ ਉੱਤੇ ਇਹੋ ਜਿਹੀ ਗੱਲ ਲਿਖਣੀ ਜਾਂ ਕਰਨੀ, ਉਹਦੇ ਮੁਤਾਬਕ ਇਹ ਜੋ ਕੁਝ ਹੋਇਆ ਹੈਗਾ, ਇਹਦੇ ਨਾਲ ਮਤਲਬ ਜਿਹੜੇ ਰਾਈਟਰ ਜਿਹੜੇ ਲੋਕ ਹੈਗੇ, ਉਹ ਤਾਂ ਕੰਡੈਮ ਕਰ ਹੀ ਰਹੇ ਹੈਗੇ ਆ। ਵੈਸੇ ਕਿਸੇ ਦੇ ਉੱਪਰ ਇਹੋ ਜਿਹਾ ਜਾਨਲੇਵਾ ਹਮਲਾ ਕਰਨਾ ਜਿਹੜਾ ਹੈਗਾ, ਉਹ ਨਹੀਂ ਠੀਕ ਹੈਗਾ। ਕੀ ਕਹੋਗੇ ਜੀ ਬਲਦੇਵ ਜੀ? ਬਿਲਕੁਲ ਸਿੱਧੂ ਜੀ, ਦੇਖੋ ਇਹ ਫਤਵਾ ਇਸ਼ੂ ਕਰਨਾ ਤੇ ਜਾਂ ਉਹਦੇ ਤੇ ਹਮਲਾ ਕਰਨਾ, ਇਹਨੂੰ ਆਪਾਂ ਠੀਕ ਨਹੀਂ ਕਹਿ ਸਕਦੇ। ਲੇਕਿਨ ਇਹਦੇ ਨਾਲ ਸਾਨੂੰ ਇਹ ਵੀ ਦੇਖਣਾ ਪਊਗਾ ਕਿ ਜਿਹੜੇ ਇਸ ਤਰ੍ਹਾਂ ਦੇ ਮਸ਼ਹੂਰ ਲਿਖਾਰੀ ਹੋ ਜਾਂਦੇ ਆ, ਕਿ ਉਹਨਾਂ ਨੂੰ ਕੀ ਲੋੜ ਪੈਂਦੀ ਹੈਗੀ ਕਿ ਬਈ ਉਹ ਲੋਕਾਂ ਦੇ ਜਿਹੜੇ ਧਾਰਮਿਕ ਵਿਸ਼ਵਾਸ ਹੈਗੇ ਆ, ਹੂੰ। ਮਜ਼ਹਬ ਦੇ ਵਿਸ਼ਵਾਸ ਹੈਗੇ ਆ, ਉਹਦੇ ਤੇ ਇਸ ਤਰ੍ਹਾਂ ਦੀ ਟਿੱਪਣੀ ਕਰਨ ਜਾਂ ਹਮਲਾ ਕਰਨ। ਜ਼ਰੂਰ ਉਹਨਾਂ ਨੂੰ ਆਜ਼ਾਦੀ ਹੈਗੀ ਆ ਕਿ ਉਹ ਜੋ ਵੀ ਚਾਹੇ ਕਹਿ ਸਕਦੇ ਆ, ਲਿਖ ਸਕਦੇ ਆ, ਲੇਕਿਨ ਕਿਸੇ ਦੇ ਵਿਸ਼ਵਾਸਾਂ ਤੇ ਇਨਸਲਟ ਜਿਹੜੀ ਆ ਕਰਨਾ, ਮੇਰਾ ਖਿਆਲ ਆ ਇਹ ਵਾਜਿਬ ਕਦੇ ਨਹੀਂ ਹੋ ਸਕਦਾ। ਔਰ ਉਹਦੇ ਤੇ ਜਿਹੜਾ ਰਿਐਕਸ਼ਨ ਹੋਇਆ ਹੈਗਾ, ਤੁਹਾਨੂੰ ਯਾਦ ਹੈ ਕਿ ਬਈ ਪੈਰਿਸ ਦੇ ਵਿੱਚ ਵੀ ਇਹ ਕਾਰਟੂਨ ਬਣਾਏ ਗਏ ਸੀਗੇ ਇੱਕ ਹੂੰ। ਮੈਗਜ਼ੀਨ ਨੇ, ਤੇ ਉਹਦੇ ਤੇ ਵੀ ਹਮਲਾ ਹੋਇਆ ਸੀ। ਲੇਕਿਨ ਸਵਾਲ ਇਹੀ ਪੈਦਾ ਹੁੰਦਾ ਕਿ ਬਈ ਉਹ ਕਾਰਟੂਨ ਬਣਾਉਣ ਦੇ ਵਿੱਚ ਉਹਨਾਂ ਨੂੰ ਕੀ ਮਿਲਿਆ? ਉਹਦੇ ਹੂੰ। ਵਿੱਚ ਹੂੰ। ਇਹੀ ਹੋਇਆ ਕਿ ਜਿਹੜੀ ਹੈਗੀ ਆ ਸਮਾਜਿਕ ਸਦਭਾਵਨਾ ਆ, ਉਹਨੂੰ ਬਹੁਤ ਵੱਡੀ ਠੋਸ ਪਹੁੰਚੀ ਆ। ਤੇ ਇਸ ਲਈ ਮੈਂ ਕਹਿਣਾ ਚਾਹੂੰਗਾ ਕਿ ਬਈ ਬਿਲਕੁਲ ਹਰ ਇੱਕ ਨੂੰ ਲਿਖਣ ਦੀ ਔਰ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਆ, ਲੇਕਿਨ ਕਿਸੇ ਹੋਰ ਭਾਈਚਾਰੇ ਦੀ ਬੇਇੱਜ਼ਤੀ ਕਰਨ ਦੀ ਜਿਹੜੀ ਆ ਆਜ਼ਾਦੀ, ਉਹ ਨਹੀਂ ਹੋਣੀ ਚਾਹੀਦੀ। ਇਹਨਾਂ ਜਿਹੜੇ ਲਿਖਾਰੀ ਹੈਗੇ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਪਛਾਣਨ ਦੀ ਲੋੜ ਹੈਗੀ ਆ ਕਿ ਉਹ ਇਸ ਤਰ੍ਹਾਂ ਦੀਆਂ ਲਿਖਤਾਂ ਲਿਖ ਕੇ ਆਖਰ ਨੂੰ ਉਹ ਕੀ ਅਚੀਵ ਕਰਨਾ ਚਾਹੁੰਦੇ ਆ, ਉਹਨਾਂ ਦਾ ਮਨੋਰਥ ਕੀ ਹੈਗਾ ਆ। ਸੋ ਹੂੰ। ਹੂੰ। ਆਈ ਥਿੰਕ ਮੇਰਾ ਖਿਆਲ ਹੈ ਕਿ ਬਈ ਦੋਨੀ ਪਾਸੇ ਇਹ ਗੱਲ ਹੈਗੀ ਆ ਕਿ ਲਿਖਾਰੀਆਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਉਹ ਕੀ ਲਿਖ ਰਹੇ ਆ, ਉਹਦਾ ਅਸਰ ਜਿਹੜਾ ਦੇਸ਼ ਤੇ ਜਾਂ ਸਮਾਜ ਤੇ ਕੀ ਪਏਗਾ। ਔਰ ਸਮਾਜ ਨੂੰ ਵੀ ਥੋੜ੍ਹਾ ਜਿਹਾ ਟੋਲਰੇਟ ਕਰਨ ਦੀ ਲੋੜ ਹੈਗੀ ਆ ਕਿ ਜੇਕਰ ਕੋਈ ਇੱਦਾਂ ਲਿਖਦਾ ਵੀ ਹੈਗਾ, ਤੇ ਉਹਨਾਂ ਨੂੰ ਸ਼ਾਇਦ ਸਮਝਾਇਆ ਜਾਵੇ, ਨਾ ਕਿ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਜਾਵੇ।
ਪਰ ਫਿਰ ਵੀ ਇਹ ਤੋਂ ਵੀ ਜ਼ਿਆਦਾ ਮੈਂ ਸਮਝਦਾ ਕਿ ਲਿਖਾਰੀਆਂ ਦੀ ਜ਼ਿੰਮੇਵਾਰੀ ਜਿਹੜੀ ਆ ਬਹੁਤ ਵੱਡੀ ਹੈਗੀ ਆ ਇਸ ਸਿਲਸਿਲੇ ਦੇ ਵਿੱਚ। ਹਾਂਜੀ ਹਾਂਜੀ ਕੁਲਦੀਪ ਜੀ, ਦੇਖੋ ਇਹ ਜਿਹੜੀ ਗੱਲ ਹੈ ਬਲਦੇਵ ਜੀ ਉਹਨਾਂ ਨੇ ਬਿਲਕੁਲ ਦਰੁਸਤ ਗੱਲ ਕਹੀ ਹੈਗੀ ਹੈ, ਕਿਉਂਕਿ ਕਿਸੇ ਦੇ ਉੱਪਰ ਜਾਂ ਕਿਸੇ ਮਜ਼ਹਬ ਦੇ ਕਿਸੇ ਭਾਈਚਾਰੇ ਦੇ ਉੱਤੇ ਕੁਝ ਵੀ ਲਿਖਣਾ ਜਿਹੜਾ ਹੈਗਾ, ਉਹ ਆਪਣਾ ਵਿਊ ਪੁਆਇੰਟ ਜਿਹੜਾ ਦਿੰਦੇ ਹੈਗੇ ਆ ਉਹ ਦੇਣ, ਜਾਂ ਜਿੱਦਾਂ ਹੈਗਾ ਜਦੋਂ ਲਿਖਤੀ ਰੂਪ ਦੇ ਵਿੱਚ ਇਹੋ ਜਿਹੀ ਗੱਲ ਆ ਜਾਂਦੀ ਹੈ। ਤੇ ਇਸੇ ਤਰ੍ਹਾਂ ਹੈਰੀ ਪੋਟਰ ਦੀ ਜਿਹੜੀ ਰਾਈਟਰ ਹੈਗੀ ਆ J.K. ਰੋਲਿੰਗ, ਉਹਨੇ ਸਲਮਾਨ ਰੁਸ਼ਦੀ ਦੀ ਸਪੋਰਟ ਕੀਤੀ ਆ, ਇਹਨੂੰ ਸਮਰਥਨ ਦਿੱਤਾ ਇਹਨਾਂ ਗੱਲਾਂ ਦੇ ਵਿੱਚ, ਤੇ ਨਾਲ ਉਹਨੂੰ ਵੀ ਇਹ ਪਤਾ ਲੱਗਾ ਕਿ ਇਹ ਧਮਕੀ ਦਿੱਤੀ ਗਈ ਹੈ ਤੇ ਯੂ ਆਰ ਨੈਕਸਟ ਜੀ, ਇਹੋ ਜਿਹਾ ਲਫ਼ਜ਼ ਦੇ ਕੇ ਉਹਨੂੰ ਕੀਤਾ, ਤੇ ਉਹਨੂੰ ਵੀ ਕਿਉਂਕਿ ਇੰਡੀਆ ਵਾਂਗਰ ਜਿੱਦਾਂ ਅੱਜ ਕੱਲ੍ਹ ਤਾਂ ਮਾੜੀ ਜਿਹੀ ਗੱਲ ਤੇ ਸਿਕਿਉਰਿਟੀ ਤੁਰੀ ਫਿਰਦੀ ਹੈ, ਇੱਥੇ ਸਿਕਿਉਰਿਟੀ ਤਾਂ ਇਦਾਂ ਦੀ ਨਹੀਂ ਇਹ ਕਿਸੇ ਨੂੰ ਦਿੱਤੀ ਜਾਂਦੀ, ਜਾਂ ਆਪਣੀ ਪ੍ਰਾਈਵੇਟ ਸਿਕਿਉਰਿਟੀ ਵੀ ਉਹ ਲੈ ਜਾਵੇ। ਪਰ ਇਹੋ ਜਿਹੀਆਂ ਚੀਜ਼ਾਂ ਹੈਗੀਆਂ, ਕੱਲ੍ਹ ਨੂੰ ਕੋਈ ਹੋਰ ਕੋਈ ਗੱਲ ਕਹੇਗਾ ਉਸ ਦੇ ਉੱਤੇ ਵੀ ਜਾਨਲੇਵਾ ਹਮਲਾ ਜਾਂ ਉਹਨੂੰ ਧਮਕੀਆਂ ਦਿੱਤੀਆਂ ਜਾਣਗੀਆਂ। ਹਾਂ ਬਲਦੇਵ ਜੀ ਨੇ ਜਿਹੜੀ ਮੇਰੀ ਗੱਲ ਕਰ, ਮੈਂ ਉਹਦੇ ਨਾਲ ਪੂਰੀ ਸਹਿਮਤੀ ਪ੍ਰਗਟ ਕਰਦਾ ਕਿ ਕਿਸੇ ਦੇ ਉੱਤੇ ਜਾਨਲੇਵਾ ਹਮਲਾ ਕਰਨਾ ਜਿਹੜਾ ਉਹ ਨਹੀਂ ਹੈ, ਤੇ ਕਿਉਂ ਸੋਸਾਇਟੀ ਜਿਹੜੀ ਹੈ ਉਸ ਨੂੰ ਸੁਲਝਾ ਸਕਦੀ ਹੈ, ਬੋਲ ਕੇ ਉਹਨੂੰ ਕਿਹਾ ਜਾ ਸਕਦਾ ਹੈਗਾ ਵੀ ਤੇਰੇ ਕੋਲ ਤੇਰੇ ਵਿਊ ਇਹ ਹੋ ਸਕਦੇ ਹੈਗੇ ਆ, ਪਰ ਇਹਨੂੰ ਪਬਲਿਸ਼ ਕਰਕੇ ਕਿਸੇ ਧਰਮ ਨੂੰ ਜਾਂ ਕਿਸੇ ਸਭਿਅਤਾ ਨੂੰ ਠੇਸ ਪਹੁੰਚਾਉਣਾ ਜਿਹੜਾ ਹੈਗਾ ਉਹ ਤੇਰਾ ਹੱਕ ਨਹੀਂ ਹੈ। ਹਾਂਜੀ ਕੁਲਦੀਪ ਜੀ। ਹਾਂਜੀ, ਦੋਨੇ ਪਾਸੇ ਤੁਹਾਡਾ ਵੀ ਤੇ ਬਲਦੇਵ ਸਿੰਘ ਦਾ ਵੀ ਜਿਹੜਾ ਪੁਆਇੰਟ ਆਫ ਵਿਊ ਠੀਕ ਹੈਗਾ, ਪਰ ਇਸ ਕੰਟਰੀ ਦੇ ਵਿੱਚ ਅਸੀਂ ਹੁਣ ਰਹਿ ਰਹੇ ਹੈਗੇ ਆ ਵੈਸਟਰਨ ਵਰਲਡ ਦੇ ਵਿੱਚ, ਉਸ ਦੇ ਵਿੱਚ ਫ੍ਰੀ ਸਪੀਚ ਵੀ ਹੈਗੀ ਆ। ਉਹ ਉਸਨੇ ਇਹਦਾ ਬੜਾ ਪਹਿਲਾਂ ਇਸ ਦਾ ਨਾਵਲ ਸੀਗਾ ਮਿਡਨਾਈਟ ਚਿਲਡਰਨ, ਜਿਹੜਾ 82 ਦੇ ਵਿੱਚ ਇਨਾਮ ਜਿੱਤਿਆ, ਤੇ ਸਟਾਨਿਕ ਵਰਸਿਸ ਜਿਹੜਾ ਹੈਗਾ ਆ ਉਸ ਦਾ ਚੌਥਾ ਸੀਗਾ, ਜਿਹੜਾ 88 ਦੇ ਵਿੱਚ ਉਹਦਾ ਆਇਆ ਹੈਗਾ। ਅਤੇ ਉਹਦੇ ਵਿੱਚ ਕਈ ਲੋਕ, ਮੈਂ ਤਾਂ ਪੜ੍ਹਿਆ ਨਹੀਂ, ਮੈਂ ਤਾਂ ਮਿਡਨਾਈਟ ਚਿਲਡਰਨ ਦਾ ਪੜ੍ਹਿਆ ਜਿਹੜਾ ਉਸ ਦਾ ਪਹਿਲਾ ਸੀਗਾ ਆਇਆ ਸੀਗਾ, ਤੇ ਮੈਨੂੰ ਪਤਾ ਨਹੀਂ ਇਸ ਦੇ ਵਿੱਚ ਕੀ ਲਿਖਿਆ, ਜਾਂ ਉਹਦੇ ਮੁਸਲਿਮ ਧਰਮ ਬਾਰੇ ਕੀ ਉਹਦੇ ਮਾੜੇ ਅੱਖਰ ਹੋਣਗੇ ਉਸ ਵਿੱਚ। ਪਰ ਫਿਰ ਵੀ ਜਿਹੜੀ ਫ੍ਰੀ ਸਪੀਚ ਹੁੰਦੀ ਜਾਂ ਫ੍ਰੀ ਰਾਈਟਿੰਗ ਆ ਇਸ ਵੈਸਟ ਦੇ ਵਿੱਚ, ਉਹ ਜਾਣੀ ਕਿ ਪੂਰੀ ਹੋਣੀ ਚਾਹੀਦੀ ਹੈਗੀ ਆ। ਹੁਣ ਤੁਸੀਂ ਦੇਖ ਲਓ ਕ੍ਰਿਸਚੀਅਨਿਟੀ ਹੈਗੀ ਆ, ਬੜੀ ਕਹਿ ਲਓ ਵੀ ਮੈਚੁਰ ਧਰਮ ਹੈਗਾ। ਜਦੋਂ ਅੱਜ ਤੋਂ 25-30 ਸਾਲ ਪਹਿਲਾਂ ਮਾਉਂਟੀ ਪਾਇਥਨ ਦਾ ਆਈ ਸੀਗੀ ਫਿਲਮ ਦ ਲਾਈਫ ਆਫ ਬ੍ਰਾਇਨ, ਬੜੀ ਉਹਦੇ ਬਾਰੇ ਚਰਚਾ ਹੋਈ, ਲੋਕਾਂ ਨੇ ਬੜਾ ਕਿਹਾ, ਪਰ ਉਸ ਦੇ ਉੱਤੇ ਕਿਸੇ ਨੇ ਫਤਵਾ ਨਹੀਂ ਲਾਇਆ। ਉਹ ਕਹਿੰਦੇ ਸੀਗੇ ਭਈ ਦੇਖੋ ਏਦਾਂ ਏਦਾਂ ਹੈਗਾ, ਭਾਵੇਂ ਉਹ, ਮੈਂ ਕਈ ਵਾਰੀ ਫਿਲਮ ਦੇਖੀ ਆ, ਭਾਵੇਂ ਉਹ ਬਿਲਕੁਲ ਸ਼ੈਡੋ ਸੀਗਾ ਕਹਾਣੀ ਜੀਸਸ ਕ੍ਰਾਈਸਟ, ਪਰ ਉਹ ਜੀਸਸ ਕ੍ਰਾਈਸਟ ਦੇ ਨਾਂ ਦੀ ਬਜਾਏ ਉਹ ਸਿਰਫ ਉਹਦਾ ਨਾਮ ਬ੍ਰਾਇਨ ਸੀਗਾ। ਉਹਨੂੰ ਉਹ ਕਹਿੰਦੀ ਸੀ ਵੀ ਇਹ ਬੜਾ ਨੋਟੀ ਬੋਏ ਆ, ਜਾਂ ਏਦਾਂ ਉਸਨੇ ਕਿਹਾ। ਇਸ ਕਰਕੇ ਆਏ ਲੋਕੀ ਹਾਲੇ ਵੀ ਉਹ ਫਿਲਮਾਂ ਦੇਖਦੇ, ਇਸ ਕਰਕੇ ਥੋੜੀ ਜਿਹੀ ਫ੍ਰੀ ਸਪੀਚ ਜਿਹੜੀ ਹੈਗੀ ਨਾ ਜੀ, ਇਸ ਕੰਟਰੀ ਵਿੱਚ ਅਸੀਂ ਰਹਿੰਦੇ ਹੈਗੇ ਆ, ਸਾਨੂੰ ਸਹਾਰਨੀ ਪੈਂਦੀ ਹੈਗੀ ਆ। ਤੇ ਇਹ ਲਿਖਾਰੀ ਹੈਗਾ ਤਾਂ ਆਇਤੁੱਲਾ ਖਮਾਨੀ ਨੇ 2.5 ਮਿਲੀਅਨ ਕਦੇ 3 ਮਿਲੀਅਨ ਉੱਤੇ ਨਾਮ ਰੱਖਿਆ ਜੀ, ਜੇ ਕੋਈ ਉਸ ਨੂੰ ਮਾਰ ਦੇਵੇ ਤਾਂ ਇਹੋ ਜਿਹੀ ਚੀਜ਼ ਜਿਹੜੀ ਇਸ ਸੁਸਾਇਟੀ ਵਿੱਚ, ਜਿਸ ਕੰਟਰੀ 'ਚ ਅਸੀਂ ਰਹਿੰਦੇ ਹੈਗੇ ਆ, ਉਸ ਨੂੰ ਪ੍ਰੋਟੈਕਟ ਕਰਨਾ ਪੈਂਦਾ ਹੈਗਾ। ਕਿ ਜੋ ਕੁਛ ਉਸਨੇ ਕਮਾਨੀ ਨੇ ਕੀਤਾ ਸੀਗਾ ਉਹ ਗਲਤ ਆ, ਹਾਲੇ ਤੱਕ ਵੀ ਗਲਤ ਹੈਗਾ। ਹੁਣ 40 ਸਾਲ ਹੋ ਗਏ ਹੈਗੇ ਆ। ਇਸ ਕਰਕੇ ਤੁਸੀਂ ਵੀ ਠੀਕ ਆ, ਪਰ ਫ੍ਰੀ ਸਪੀਚ ਵੀ ਅਸੀਂ ਇੱਥੇ ਹੈਗੇ ਆ, ਵਿਦਆਊਟ ਐਡਵੋਕੇਟਿੰਗ ਕੋਈ ਵਾਇਲੈਂਸ ਹੋਵੇ ਭਈ ਨਹੀਂ। ਉਹ ਕਹਾਵਤ ਹੈਗੀ ਆ ਵੋਲਟੇਅਰ ਦੀ, ਭਈ ਆਈ ਡਿਸਐਗਰੀ ਵਿਦ ਯੂ ਵਾਟ ਯੂ ਸੇ, ਪਰ ਆਈ ਵਿਲ ਗਿਵ ਮਾਈ ਲਾਈਫ ਫॉर ਯੂ ਟੂ ਫॉर ਦ ਰਾਈਟ ਟੂ ਸੇ ਇਟ। ਵੀ ਤੇਰਾ ਮੈਂ ਤੇਰਾ ਡਿਸਐਗਰੀ ਕਰਦਾ ਜੋ ਕੁਛ ਹੈਗਾ, ਪਰ ਉਹਦਾ ਫੇਰ ਵੀ ਹੱਕ ਹੈਗਾ ਜੋ ਕੁਛ ਉਹ ਕਰਨਾ ਚਾਹੇ ਜੀ। ਹਾਂਜੀ, ਠੀਕ ਗੱਲ ਹੈ ਜਿਹੜੀ ਜਿੱਦਾਂ ਹੈਗੀ ਹੈ, ਕਿਉਂਕਿ ਇਹ ਜਿੱਦਾਂ ਕੱਲ੍ਹ ਨੂੰ ਕੋਈ ਹੋਰ ਵੀ ਹੋ ਸਕਦੀ ਹੈ, ਪਰ ਜੇ ਚੀਜ਼ ਹੈਗੀ ਤੁਹਾਡਾ ਜਿਹੜਾ ਪੁਆਇੰਟ ਆਫ ਵਿਊ ਹੈਗਾ, ਕਿਉਂਕਿ ਇਹਨੇ ਫ੍ਰੀ ਕੰਟਰੀ, ਫ੍ਰੀ ਪਰਸਨ, ਸਾਰੀ ਦੁਨੀਆ ਦੀ ਆਜ਼ਾਦੀ ਜਿਹੜੀ ਹੋਣੀ ਚਾਹੀਦੀ ਹੈਗੀ ਹੈ। ਮੇਰਾ ਖਿਆਲ ਵੀ ਉਹਦੇ ਵਿੱਚ ਹੈਗਾ, ਜਿਹੜਾ ਵੀ ਕੋਈ ਲਿਖਦਾ ਹੈਗਾ, ਜਿਹੜੀ ਤੁਸੀਂ ਹੁਣੇ ਆਹ ਐਗਜ਼ਾਮਪਲ ਦਿੱਤੀ ਹੈ ਫਿਲਮ ਦੀ, ਤੇ ਜਿਹਦੇ ਵਿੱਚ ਉਹ ਮੈਂ ਵੀ ਦੇਖੀ ਹੈਗੀ ਹੈ, ਤੇ ਔਰ ਜੀਸਸ ਕ੍ਰਾਈਸਟ ਦੇ ਸੁਪਰਸਟਾਰ ਇਹੋ ਜਿਹੀਆਂ ਫਿਲਮਾਂ ਬਣਾ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਪਰ ਮੇਰੇ ਖਿਆਲ ਇਹ ਸੁਸਾਇਟੀ ਜਿਹੜੀ ਟੋਲਰੈਂਟ ਸੁਸਾਇਟੀ ਹੈਗੀ ਆ, ਉਹ ਉਹਦੇ ਤੇ ਇਹੋ ਜਿਹਾ ਕਿੰਤੂ ਪਰੰਤੂ ਕਰਕੇ ਜਾਂ ਫਤਵਾ ਦੇ ਕੇ ਨਹੀਂ ਗੱਲ ਕਰਦੀ ਹੈਗੀ। ਤੇ ਜਿੱਥੇ ਇਹ ਦੂਏ ਧਰਮਾਂ ਦੇ ਵਿੱਚ, ਇਸਲਾਮ ਜਾਂ ਹੋਰ ਧਰਮਾਂ ਦੇ ਵਿੱਚ ਕੋਈ ਮਾੜੀ ਜਿਹੀ ਕੋਈ ਗੱਲ ਕਰਦਾ, ਤੇ ਉਹਦੇ ਤੇ ਅਸੀਂ ਕਾਫੀ ਜ਼ੋਰ ਦੀ ਟੀਕਾ ਟਿੱਪਣੀ ਕਰਦੇ ਹਾਂ, ਤੇ ਉਹਦੇ ਤੇ ਮੇਰਾ ਖਿਆਲ ਐਕਸਟ੍ਰੀਮ ਤੱਕ ਵੀ ਜਾਂਦੇ ਆ। ਸੁਖਦੇਵ ਜੀ, ਤੁਸੀਂ ਇਹਦੇ 'ਚ ਕੁਝ ਹੋਰ ਸ਼ਾਮਲ ਕਰਨਾ ਚਾਹੋ? ਮੈਂ ਤਾਂ ਬਿਲਕੁਲ ਇਹੀ ਸ਼ਾਮਲ ਕਰਨਾ ਚਾਹੂੰਗਾ ਕਿ ਮੈਂ ਸਵਾਲ ਪੁੱਛਣਾ ਚਾਹੂੰਗਾ ਕਿ ਜਿਹੜੇ ਇਹ ਲਿਖਾਰੀ ਇਸ ਤਰ੍ਹਾਂ ਦੀਆਂ ਲਿਖਤਾਂ ਲਿਖਦੇ ਹੈਗੇ ਆ, ਉਹਨਾਂ ਨੂੰ ਇਹ ਲਿਖ ਕੇ ਮਿਲਦਾ ਕੀ ਹੈਗਾ? ਜੇਕਰ ਕਈ ਲੋਕਾਂ ਦਾ ਵਿਸ਼ਵਾਸ ਹੈਗਾ ਕਿਸੇ ਚੀਜ਼ ਦੇ ਵਿੱਚ, ਉਹਦੇ ਤੇ ਕਿੰਤੂ ਪਰੰਤੂ ਕਰਨਾ ਜਾਂ ਉਹਨੂੰ ਇਨਸਲਟ ਕਰਨਾ ਲਿਖਾਰੀਆਂ ਵੱਲੋਂ, ਉਹ ਲਿਖਾਰੀ ਜਿਹੜੇ ਅਚੀਵ ਕੀ ਕਰਨਾ ਚਾਹੁੰਦੇ ਹੈਗੇ ਆ,
ਮੈਂ ਸਮਝਦਾ ਕਿ ਬਈ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਲਿਖਣ ਜਾਂ ਕਹਿਣ ਤੋਂ ਗੁਰੇਜ਼ ਕਰਨਾ ਚਾਹੀਦਾ, ਬਾਰ-ਬਾਰ ਸੋਚਣਾ ਚਾਹੀਦਾ ਕਿ ਬਈ ਉਹਨਾਂ ਦਾ ਮਨੋਰਥ ਕੀ ਹੈਗਾ, ਉਹਦਾ ਨਤੀਜਾ ਕੀ ਨਿਕਲੇਗਾ। ਜੇਕਰ ਉਹ ਐਕਸੈਪਟ ਕਰਦੇ ਹੈਗੇ ਆ, ਜੇਕਰ ਉਹ ਇਹ ਸੋਚ ਕੇ ਲਿਖਦੇ ਹੈਗੇ ਤੇ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਉਹ ਗਾਂਹ ਵਾਸਤੇ ਨਹੀਂ ਆਉਣਗੀਆਂ। ਔਰ ਤੁਸੀਂ ਲੋਕਾਂ ਦੇ ਜਿਹੜੇ ਵਿਸ਼ਵਾਸ ਹੈਗੇ ਆ, ਉਹ ਜੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੈਗੇ ਆ ਤੇ ਉਹ ਨਹੀਂ ਬਦਲੇ ਜਾ ਸਕਦੇ। ਖਾਸ ਕਰ ਜਿਹੜੇ ਹੈਗੇ ਆ ਧਾਰਮਿਕ ਵਿਸ਼ਵਾਸ ਹੈਗੇ ਆ, ਜੇ ਕੋਈ ਜਿਹਦਾ ਇੰਡੀਵਿਜੂਅਲ ਲੈਵਲ ਤੇ ਕੋਈ ਵਿਸ਼ਵਾਸ ਕਰਦਾ ਤੇ ਉਹਨੇ ਤਾਂ ਕਰਨਾ ਹੀ ਹੈਗਾ। ਤੁਹਾਨੂੰ ਲਿਖਣ ਵਾਲਿਆਂ ਨੂੰ ਉਹਦੇ ਤੇ ਕੀ ਤਕਲੀਫ ਹੁੰਦੀ ਆ, ਜਿੰਨਾ ਚਿਰ ਕਿ ਉਹ ਵਿਸ਼ਵਾਸ ਜਿਹੜੇ ਆ ਉਹ ਸਮਾਜਿਕ ਢਾਂਚੇ ਤੇ ਬੁਰਾ ਅਸਰ ਨਹੀਂ ਪਾਉਂਦੇ। ਸੋ ਮੈਂ ਇਹੀ ਕਹੂੰਗਾ ਕਿ ਬਈ ਲਿਖਾਰੀਆਂ ਨੂੰ ਇਹ ਬਾਰ-ਬਾਰ ਸੋਚਣਾ ਪਏਗਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਲਿਖਤਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈਗੀ ਹੈ। ਜੀ ਹਾਂਜੀ, ਅਗਲੀ ਗੱਲਬਾਤ ਚੱਲੀਏ ਕੁਲਦੀਪ ਜੀ। ਤੁਹਾਨੂੰ ਤੁਸੀਂ ਦੇਖ ਰਹੇ ਹੈਗੇ ਆ ਹਾਲਾਂਕਿ ਕਾਮਨਵੈਲਥ ਗੇਮਸ ਖਤਮ ਹੋ ਗਈਆਂ, ਉਸ ਟਾਈਮ ਦੇ ਉੱਤੇ ਵੀ ਰੇਲ ਸਟ੍ਰਾਈਕ ਦੀ ਕਾਫੀ ਧਮਕੀ ਸੀ, ਥ੍ਰੈਟ ਸੀਗਾ, ਪਰ ਉਹਨਾਂ ਨੇ ਉਹ ਕਾਲ ਆਫ ਕਰਕੇ ਹੁਣ ਉਹ ਰੇਲ ਦੀ ਜਿਹੜੀ ਹੈਗੀ ਸਟ੍ਰਾਈਕ ਕਰ ਰਹੇ ਆ, ਕਿਉਂਕਿ ਜਿਹੜੇ ਵੇਜਸ ਹੈਗੇ ਆ, ਤਨਖਾਹਾਂ ਜਿਹੜੀਆਂ ਪਿਛਲੇ ਤਕਰੀਬਨ 9-10 ਸਾਲ ਤੋਂ ਮੇਰਾ ਖਿਆਲ ਹੈਗਾ ਵੀ ਉਹ ਫਰੀਜ਼ ਜਾਂ ਉਹਨਾਂ ਨੂੰ ਬਹੁਤ ਥੋੜ੍ਹੇ ਜਿਹੇ ਪਰਸੈਂਟੇਜ ਇਨਕਰੀਮੈਂਟ ਮਿਲੀ ਹੈਗੀ ਆ। ਉਹ ਤੇ ਨਾਲ ਕਾਸਟ ਆਫ ਲਿਵਿੰਗ ਜਿਹੜੀ ਆ ਉਹਦੇ ਨਾਲ ਇਹ ਚੱਲ ਰਿਹਾ ਹੈਗਾ, ਉਹ ਕਾਫੀ ਵੱਧ ਰਹੀ ਹੈ, ਇਨਫਲੇਸ਼ਨ ਕਾਫੀ ਵੱਧ ਰਹੀ ਹੈ ਤੇ ਤਨਖਾਹਾਂ ਨਹੀਂ ਵੱਧ ਰਹੀਆਂ। ਤੇ ਜਿਹਦੇ ਵਿੱਚ ਰੇਲ ਸਟ੍ਰਾਈਕ ਵਾਲੇ, ਨਰਸਾਂ ਵਾਲੇ ਵੀ ਬੈਲਟ ਜਿਹੜੇ ਉਹ ਇਸ ਵੇਲੇ ਕਰ ਰਹੇ ਹੈਗੇ, ਟੀਚਰ ਵੀ ਇਸ ਪਾਸੇ ਨੂੰ, ਤਕਰੀਬਨ ਸਾਰੇ ਹੀ ਅਦਾਰੇ ਜਿੰਨੇ ਵੀ ਹੈਗੇ ਕੰਮ ਕਰਨ ਵਾਲੇ ਉਹ ਇਸ ਪਾਸੇ ਨੂੰ ਕਾਫੀ ਬੈਲਟ ਜਿਹੜਾ ਹੈਗਾ ਕਾਨੂੰਨ ਤੌਰ ਦੇ ਉੱਤੇ ਉਹ ਕਰ ਰਹੇ ਹੈਗੇ ਆ। ਤੇ ਹੁਣ ਜਿਹੜਾ ਹੈਗਾ ਡਿਸਟਰਪਸ਼ਨ, ਭਾਵੇਂ ਹਾਲੇ ਸਕੂਲ ਬੰਦ ਹੈਗੇ ਆ, ਪਰ ਫਿਰ ਵੀ ਲੋਕਾਂ ਦੀ ਜਿਹੜੀ ਆਵਾਜਾਈ ਆ ਹੌਲੀਡੇਜ਼ ਕਰਕੇ ਵੀ ਕਾਫੀ ਇਹਦੇ ਨਾਲ ਦਿੱਕਤਾਂ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ। ਤੇ ਤਕਰੀਬਨ 6,500 ਟ੍ਰੇਨ ਡਰਾਈਵਰਸ ਪਲੱਸ ਜਿਹੜੇ ਉਹਨਾਂ ਦੇ ਨਾਲ ਹੈਗੇ ਜਿਨ੍ਹਾਂ ਨੇ ਇਹ 24 ਆਵਰ ਦੀ ਸਟ੍ਰਾਈਕ ਨੂੰ ਕਾਲ ਕੀਤਾ ਹੈਗਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੁਲਦੀਪ ਜੀ? ਹਾਂਜੀ, ਮੈਂ ਜੀ ਹਾਂ, ਹਾਂ। ਹੂੰ, ਹਾਂਜੀ, ਹਾਂਜੀ, ਐਸਲਫ ਵਾਲੇ ਜਿਹੜੇ ਇਸ ਤਰ੍ਹਾਂ ਸਟ੍ਰਾਈਕ ਕਰਦੇ ਹੈਗੇ ਆ ਤੇ ਮੇਰਾ ਤਾਂ ਇਹੀ ਖਿਆਲ ਹੈਗਾ, ਕਿਉਂਕਿ ਮੈਂ ਵੀ ਮੁੱਢ ਤੋਂ ਜਦੋਂ ਦਾ ਕਾਰਖਾਨੇ 'ਚ ਕੰਮ ਸ਼ੁਰੂ ਕੀਤਾ 40-50 ਸਾਲ, ਮੈਂ ਵੀ ਹੂੰ, ਉਦੋਂ ਹੀ ਯੂਨੀਅਨ ਦਾ ਮੈਂਬਰ ਹੈਗਾ ਆ। ਤੇ ਯੂਨੀਅਨ ਦੇ ਉਹਨਾਂ ਨੇ ਵੋਟਾਂ ਪਾਈਆਂ ਹੈਗੀਆਂ ਤਾਂ ਉਹ ਕਰਦੇ ਆ। ਪਰ ਜੇ ਤੁਸੀਂ ਆਪਣਾ ਵਿਦਡਰੋ ਕਰਨਾ ਚਾਹੁੰਦੇ ਹੈਗੇ ਆ ਲੇਬਰ, ਕਿਉਂਕਿ ਉਹਨਾਂ ਨੂੰ ਵੇਜਿਸ ਦੇ ਹੋ ਗਏ, ਟਰਮਸ ਐਂਡ ਕੰਡੀਸ਼ਨਸ, ਕਿਉਂਕਿ ਉਹਦਾ ਕੰਡੀਸ਼ਨਾਂ ਨਹੀਂ ਬਦਲ ਰਹੇ ਹੈਗੇ ਨਾ ਉਹਨਾਂ ਨੂੰ, ਵੀ ਤੁਹਾਨੂੰ ਅਸੀਂ ਥੋੜ੍ਹਿਆਂ ਨੂੰ ਕੱਢ ਕੇ ਤਾਂ ਆਟੋਮੈਟਿਕ ਆ ਜਾਣਾ ਹੈਗਾ। ਤੇ ਉਹ ਜਿਹੜਾ ਕਾਮੇ ਹੁੰਦੇ ਆ ਉਹਨਾਂ ਦਾ ਹੱਕ ਹੁੰਦਾ ਹੈਗਾ ਕਿ ਉਹਦੇ ਸਟ੍ਰਾਈਕ ਕਰਨ ਜਾਂ ਨਾ ਕਰਨ। ਪਰ ਦੂਸਰੇ ਪਾਸੇ ਹੈਗਾ ਫਿਰ ਪਬਲਿਕ ਦੀ ਇਨਕਨਵੀਨੀਅੰਸ ਵੀ ਹੈਗੀ ਆ। ਪਬਲਿਕ ਹੂੰ, ਵਾਲੇ ਜਿਹੜੇ ਹੈਗੇ ਆ ਉਹ ਤੰਗ ਵੀ ਬਹੁਤ ਹੁੰਦੇ ਹੈਗੇ ਆ। ਉਹ ਜੇ ਇੱਕ ਪਾਸੇ ਉਹ ਆਪਣਾ ਹੱਕ ਮੰਗਦੇ ਤਾਂ ਦੂਜੇ ਪਾਸੇ ਪਬਲਿਕ ਜਿਹੜੀ ਆ ਉਹ ਬਹੁਤ ਉਹਨਾਂ ਦੇ ਉਲਟ ਹੁੰਦੀ ਹੈਗੀ ਆ। ਇਸੇ ਕਰਕੇ ਮੈਂ ਮਾੜਾ ਜਿਹਾ ਲੇਬਰ ਪਾਰਟੀ ਦੀ ਵੀ ਗੱਲ ਕਰਦਾ। ਲੇਬਰ ਪਾਰਟੀ ਜਿਹੜੀ ਕਾਮਿਆਂ ਦੀ ਹੈਗੀ ਆ ਉਹ ਸਾਰਾ ਵਰਕਰਾਂ ਨੂੰ ਸਪੋਰਟ ਕਰਦੀ ਆ। ਪਰ ਫਿਰ ਜਦੋਂ ਸਟ੍ਰਾਈਕ ਹੁੰਦੀ ਆ ਫਿਰ ਲੋਕੀ ਉਹਨਾਂ ਦੇ ਉਲਟ ਵੀ ਹੋ ਜਾਂਦੇ ਆ, ਵੀ ਲਓ ਜੀ ਤੁਸੀਂ ਇਹਨਾਂ ਨੂੰ ਜਿਹੜੇ ਸਟ੍ਰਾਈਕਰਸ ਹੈਗੇ ਆ ਉਹਨਾਂ ਨੂੰ ਸਪੋਰਟ ਕਰਦੇ ਆ ਤੇ ਕੀ ਕਰਦੇ ਆ। ਇਸ ਕਰਕੇ ਹਾਂ, ਉਹ ਕਰਦੇ ਹੈਗੇ ਆ। ਮੈਂ ਇਹੀ ਕਹਾਂਗਾ ਕਿ ਗਵਰਨਮੈਂਟ ਉਹਨਾਂ ਦੇ ਨਾਲ ਗੱਲ ਕਰੇ, ਗੱਲ ਕਰਕੇ ਤਾਂ ਉਹ ਇਹ ਛੇਤੀ ਤੋਂ ਛੇਤੀ ਨਿਭਾਉਣ ਤਾਂ ਕਿ ਇਹ ਲੋਕਾਂ ਨੂੰ ਇਨਕਨਵੀਨੀਅੰਸ ਜਾਂ ਤੰਗੀ ਨਾ ਹੋਵੇ। ਪਰ ਉਹਨਾਂ ਦਾ ਵੀ ਹੱਕ ਹੈਗਾ, ਜੇ ਉਹ ਗਵਰਨਮੈਂਟ ਜਾਂ EMPLOYER ਉਹਨਾਂ ਨੂੰ ਨਹੀਂ ਸੁਣਦੇ ਹੈਗੇ ਆ ਤਾਂ ਉਹਨਾਂ ਦਾ ਇਹ ਆਖਰੀ ਕੀ ਕਹਿੰਦੇ ਹੁੰਦੇ ਆ ਹਥਿਆਰ ਹੈਗਾ ਉਹ ਕਿ ਆਪਣਾ ਸਟ੍ਰਾਈਕ ਦੇ ਉੱਤੇ ਹੁੰਦਾ। ਉਹ ਵੀ ਉਹਨਾਂ ਨੇ ਵੋਟਾਂ ਪਾ ਕੇ ਆਪਣਾ 80-90% ਨਹੀਂ ਕੀਤਾ। ਉਹਨਾਂ ਦਾ ਵੀ ਹੱਕ ਹੈਗਾ। ਤੇ ਜੋ ਕੁਛ ਪਬਲਿਕ ਵੀ ਕਹਿੰਦੀ ਆ ਕਿ ਅਸੀਂ ਬੜੇ ਤੰਗ ਹੈਗੇ ਆ, ਸਾਡੀਆਂ ਨਹੀਂ ਚੱਲਦੀਆਂ ਹੈਗੀਆਂ ਟ੍ਰੇਨਾਂ, ਅਸੀਂ ਕੰਮਾਂ ਤੇ ਜਾਣਾ ਜਾਂ ਹੌਲੀਡੇ ਜਾਣਾ, ਉਹਨਾਂ ਦਾ ਵੀ ਹੈਗਾ। ਇਸ ਕਰਕੇ ਟੇਕ ਯੋਰ ਪਿਕ ਜੀ। ਹਾਂਜੀ। ਤੇ ਬਲਦੇਵ ਜੀ, ਜਿਹੜੀਆਂ ਰੇਲ ਕੰਪਨੀਜ਼ ਹੈਗੀਆਂ ਤਕਰੀਬਨ ਹੁਣ ਪ੍ਰਾਈਵੇਟਾਈਜੇਸ਼ਨ ਤੋਂ ਬਾਅਦ ਜਿੱਦਾਂ ਇਹਨਾਂ ਨੂੰ ਫਰੈਂਚਾਈਜ਼ ਦੇ ਤੌਰ ਦੇ ਉੱਤੇ ਦੇ ਕੇ ਇਹਨਾਂ ਨੇ ਕੰਪਨੀਆਂ ਤੁਹਾਡੇ ਸਾਹਮਣੇ ਹੈਗੀਆਂ, ਕਿਉਂਕਿ ਅੱਗੇ ਤਾਂ ਬ੍ਰਿਟਿਸ਼ ਰੇਲ ਹੁੰਦੀ ਸੀ, ਹੁਣ ਤਾਂ ਹੈਗੀ ਆ 1T ਵੈਸਟ ਕੋਸਟ, ਸਦਰਨ, ਕ੍ਰਾਸ ਕੰਟਰੀ, ਲੰਡਨ, ਨਾਰਥਹੈਂਪਟਨ ਰੇਲਵੇ, ਵੈਸਟ ਮਿਡਲੈਂਡਸ ਰੇਲਵੇ ਰਨਿੰਗ, ਜਾਣੀ ਇਹ 'ਚ ਖਰੇ ਕੰਪਨੀਆਂ ਕਿੰਨੀਆਂ ਕੁ ਹੈਗੀਆਂ, ਅਵੀਵਾ ਹੈਗੀ ਆ, ਵਰਜਨ ਹੈਗੀ ਆ, ਇਹ ਸਾਰੀਆਂ ਤਕਰੀਬਨ ਜਿੰਨੀਆਂ ਵੀ ਇਹ ਵੱਖਰੀਆਂ ਹੈਗੀਆਂ, ਉਹ ਕਹਿ ਰਹੇ ਹੈਗੇ ਵੀ ਵੀ ਕੈਨ ਓਨਲੀ ਫੰਡ ਥੀਸ ਪੀਪਲ ਥਰੂ ਪੇ ਰਿਫਾਰਮ।
ਤੇ ਬਹੁਤ ਸਾਰੀਆਂ ਮਤਲਬ ਗੱਲਾਂ ਹੈਗੀਆਂ, ਕਿਉਂਕਿ ਉਹਦੇ ਨਾਲ ਡਿਸਰਪਸ਼ਨ, ਜਿੱਦਾਂ ਕੁਲਦੀਪ ਨੇ ਕਿਹਾ, ਡਿਸਰਪਸ਼ਨ ਕਾਫੀ ਹੈਗੀ ਹੈ। ਜਦੋਂ ਇਹ ਸਾਰੇ ਵਰਕਰ ਜਿਹੜੇ ਹੈਗੇ ਆ, ਉਹ ਕਿਸੇ ਵੀ ਕੰਪਨੀ 'ਚ ਕੰਮ ਕਰਦੇ ਹੋਣਗੇ, ਦੇ ਬਿਲੋਂਗ ਟੂ ਵਨ ਯੂਨੀਅਨ, ਤੇ ਕਿਉਂਕਿ ਜਦੋਂ ਉਹ ਵਨ ਯੂਨੀਅਨ ਉਹ ਬੈਲਟ ਕਰਕੇ ਸਟ੍ਰਾਈਕ ਕਾਲ ਕਰਦੀ ਹੈਗੀ ਆ, ਉਹਦੇ ਨਾਲ ਡਿਸਰਪਸ਼ਨ ਤਾਂ ਹੋਣੀ ਹੈਗੀ ਆ, ਤੇ ਜਿਹਦੇ ਵਿੱਚ ਪਬਲਿਕ ਇਨਕਨਵੀਨੀਅੰਸ ਤੇ ਜਾਣੀ ਗੌਰਮੈਂਟਾਂ ਜਿਹੜੀਆਂ ਹੈਗੀਆਂ, ਫਿਰ ਉਹ ਨੱਠ ਭੱਜ ਕਰਦੀ ਹੈਗੀ ਉਹਨਾਂ ਦੇ ਨਾਲ, ਮੀਟਿੰਗਸ ਕਰੋ, ਆਹ ਕਰੋ, ਆਹ ਕਰੋ। ਪਰ ਇਹ ਹੈਗਾ ਵੀ ਇਹ ਇਨਡੈਫੀਨਿਟ ਸਟ੍ਰਾਈਕ ਨਹੀਂ ਹੈ, ਪਰ 24 ਆਵਰਸ ਉਹ ਜਿੱਦਾਂ ਨਹੀਂ ਉਹ ਵੀ ਗੁਰੀਲਾ ਵਾਰ ਵਾਂਗਰ, ਵੀ ਅੱਜ 24 ਹੋ ਗਏ, ਫਿਰ ਹਫਤੇ ਅਗਲੇ ਹਫਤੇ ਕਰਨਗੇ ਡਿਫਰੈਂਟ ਡੇਜ਼, ਤਾਂ ਕਿ ਪਬਲਿਕ ਨੂੰ ਜ਼ਿਆਦਾ ਤੋਂ ਜ਼ਿਆਦਾ ਇਨਕਨਵੀਨੀਅੰਸ ਹੋਵੇ। ਬਿਲਕੁਲ ਸੰਧੂ ਜੀ, ਦੇਖੋ ਇੱਕ ਦੋ ਹਕੀਕਤਾਂ ਜਿਹੜੀਆਂ ਨਾ ਉਹ ਕੰਪਨੀਆਂ ਨੂੰ ਔਰ ਸਰਕਾਰ ਨੂੰ ਵੀ ਪਛਾਣਨ ਦੀ ਲੋੜ ਹੈਗੀ ਆ। ਜੇਕਰ ਆਮ ਜ਼ਿੰਦਗੀ ਜੀਣ ਦੇ ਲਈ ਜਿਹੜੀਆਂ ਬੇਸਿਕ ਨੈਸੈਸਿਟੀਜ਼ ਹੈਗੀਆਂ, ਫੂਡ ਦੀਆਂ ਕੀਮਤਾਂ ਵੱਧ ਰਹੀਆਂ ਤੁਹਾਨੂੰ ਪਤਾ, ਔਰ ਜਿਹੜਾ ਆਪਾਂ ਨੂੰ ਤਿੱਗਣਾ ਚੌਗਣਾ ਖਰਚਾ ਦੇਣਾ ਪੈ ਰਿਹਾ ਇਸ ਵੇਲੇ ਗੈਸ ਦਾ ਤੇ ਬਿਜਲੀ ਦਾ, ਜਦ ਆਮ ਜਿਹੜਾ ਕੰਮ ਹੈਗਾ ਆ ਉਹ ਰੇਲਵੇ ਇੰਡਸਟਰੀ 'ਚ ਕੰਮ ਕਰਦਾ ਜਾਂ ਕਿਸੇ ਹੋਰ ਇੰਡਸਟਰੀ 'ਚ ਕੰਮ ਕਰਦਾ, ਉਹਦਾ ਜਿਹੜਾ ਆ ਆਮਦਨ ਦਾ ਜ਼ਰੀਆ ਉਹਦੀ ਨੌਕਰੀ ਆ। ਔਰ ਜੇਕਰ ਉਹਦੀ ਜਿਹੜਾ ਖਰਚਾ ਆ, ਜਿਹੜੀਆਂ ਕੀਮਤਾਂ ਦੇ ਥਰੂ ਜਿਹੜਾ ਖਰਚਾ ਉਹਦਾ ਵੱਧ ਜਾਂਦਾ, ਤੇ ਉਹਦਾ ਹੱਕ ਬਣਦਾ ਕਿ ਬਈ ਉਹਦੀ ਜਿਹੜੀ ਤਨਖਾਹ ਆ ਉਹ ਵੀ ਇਸੇ ਹੀ ਤਰ੍ਹਾਂ ਉਹਦੇ ਪ੍ਰਪੋਰਸ਼ਨ ਤੇ ਵਧਾਈ ਜਾਵੇ। ਜੇਕਰ ਕੰਪਨੀਆਂ ਜਾਂ ਸਰਕਾਰਾਂ ਉਹਦੀ ਤਨਖਾਹ ਨਹੀਂ ਵਧਾਉਂਦੀਆਂ, ਤੇ ਉਹਦੇ ਲਈ ਇਹ ਇੱਕ ਮਜਬੂਰੀ ਬਣ ਜਾਂਦੀ ਆ ਕਿ ਬਈ ਉਹ, ਜਿਸ ਤਰ੍ਹਾਂ ਇੱਥੇ ਕਹਿੰਦੇ ਆ ਕਿ ਆਪਣੀ ਜਿਹੜੀ ਲੇਬਰ ਆ ਉਹਨੂੰ ਵਿਦਡਰੋ ਕਰਨ ਦਾ ਉਹਨੂੰ ਪੂਰੇ ਦਾ ਪੂਰਾ ਹੱਕ ਹੈਗਾ। ਜੋ ਹੋਣਾ ਇਹ ਚਾਹੀਦਾ ਕਿ ਬਈ ਸਰਕਾਰ ਨੂੰ ਔਰ ਕੰਪਨੀਆਂ ਨੂੰ ਇਹ ਰੈਕਗਨਾਈਜ਼ ਕਰਨਾ ਚਾਹੀਦਾ ਕਿ ਬਈ ਉਹ ਜਿਹੜੇ ਵਰਕਰ ਹੈਗੇ ਆ, ਉਹਨਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਆ ਉਹਨੂੰ ਬਰਕਰਾਰ ਰੱਖਣ ਦੇ ਲਈ ਉਹਨੂੰ ਜੇ ਕੀਮਤਾਂ ਵਧਣ ਦੇ ਪ੍ਰਪੋਰਸ਼ਨ ਤੇ ਉਹਦੀ ਤਨਖਾਹ ਵੀ ਵਧਾ ਦਿੱਤੀ ਜਾਵੇ, ਤਾਂ ਕਿ ਉਹਨੂੰ ਮੌਕਾ ਹੀ ਨਾ ਦਿੱਤਾ ਜਾਵੇ ਕਿ ਬਈ ਉਹ ਹੜਤਾਲ ਕਰਨ। ਇਸ ਲਈ ਦੋਨਾਂ ਪਾਸਿਆਂ ਤੋਂ ਮੈਂ ਤਾਂ ਕਹੂੰਗਾ ਕਿ ਬਈ ਇਹ ਹੈਗੀ ਆ, ਕੰਪਨੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਆਮ ਤੌਰ ਤੇ ਉਹਨਾਂ ਦਾ ਮਨੋਰਥ ਇੱਕੋ ਹੀ ਹੁੰਦਾ ਕਿ ਵੱਧ ਤੋਂ ਵੱਧ ਜਿਹੜੀ ਪ੍ਰੋਫਿਟ ਆ ਉਹ ਬਣਾਈ ਜਾਵੇ, ਔਰ ਉਹਦੇ ਨਾਲ ਜਿਹੜਾ ਸਮਾਜ ਦੇ ਵਿੱਚ ਹਫੜਾ ਦਫੜੀ ਪੈਦਾ ਹੁੰਦੀ ਆ, ਉਹਦੇ ਨਾਲ ਇਹ ਜਿਹੜੀ ਆ ਸਟ੍ਰਾਈਕਸ ਹੁੰਦੀਆਂ ਹੈਗੀਆਂ, ਉਹਦੇ ਨਾਲ ਜਿਹੜੀ ਆਮ ਜਨਤਾ ਦੀ ਜ਼ਿੰਦਗੀ ਆ ਉਹਦੇ ਤੇ ਕਾਫੀ ਅਸਰ ਪੈਂਦਾ ਹੈਗਾ। ਜੇਕਰ ਸ਼ਾਂਤੀ ਦੇ ਨਾਲ ਹੀ ਇਹ ਰਿਜ਼ੋਲਵ ਕਰ ਲਿਆ ਜਾਵੇ, ਇਹ ਰੈਕਗਨਾਈਜ਼ ਕਰਕੇ ਕਿ ਜੇਕਰ ਕੀਮਤਾਂ ਵਧੀਆਂ ਤੇ ਉਹਦੇ ਹਿਸਾਬ ਦੇ ਨਾਲ ਜਿਹੜੀ ਆ ਵਰਕਰਾਂ ਦੀਆਂ ਜਿਹੜੀ ਤਨਖਾਹਾਂ ਆ ਉਹ ਵੀ ਵਧਾਉਣੀਆਂ ਚਾਹੀਦੀਆਂ ਜੀ। ਤੇ ਮੈਂ ਬਲਦੇਵ ਜੀ ਤੁਹਾਡੇ ਕੋਲ ਹੀ ਰਵਾਂਗਾ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਨੈਕਸਟ ਜਿਹੜੀ ਹੈਗੀ ਆ ਇਕੋਨਮੀ ਦੀ ਗੱਲ ਕਰਦੇ ਹਾਂ, ਤੇ ਯੂਕੇ ਇਕੋਨਮੀ ਸ਼ਰਿੰਕਸ ਐਜ਼ ਆਊਟਲੁੱਕ ਔਨ ਰਿਸੈਸ਼ਨ ਡਾਰਕਨਸ, ਇਹ ਮਤਲਬ ਹੈਡਲਾਈਨ ਆਈ ਆਪਣੇ ਕੋਲ। ਜਦੋਂ ਇਹ ਗੱਲ ਨੂੰ ਦੇਖਦੇ ਹੈਗੇ ਆ, ਤੇ ਸਿਰਫ ਇਕੋਨਮੀ ਕੰਟਰੈਕਟਡ ਬਾਈ 0.1% ਇਨ ਦ ਸੈਕੰਡ ਕੁਆਰਟਰ ਆਫ ਦ ਈਅਰ। ਪਰ ਜਿਹਦੇ ਨਾਲ ਇਹਦੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਕੋਨਮੀ ਵਧੀ ਇਸ ਕਰਕੇ ਨਹੀਂ ਹੈ ਕਿਉਂਕਿ ਕੋਵਿਡ ਦੀਆਂ ਸਕੀਮਾਂ ਜਿਹੜੀਆਂ ਉਹਦੇ ਤੇ ਕਾਫੀ ਸੀਗਾ, ਤੇ ਨਾਲ ਸੀਗੀ ਤੇ ਰਿਟੇਲ ਸੇਲਸ ਵਾਸ ਫਾਲੋਇੰਗ, ਉਹਦੇ ਨਾਲ ਸੀਗਾ ਜਿਹੜੀ ਪਲੈਟੀਨਮ ਜੂਬਲੀ ਸੀਗੀ, ਉਹਦੀ ਬੈਂਕ ਹੌਲੀਡੇ ਜਿਹੜੀ ਸੀਗੀ ਉਦੋਂ ਵੀ ਕੰਮਕਾਰ ਨਹੀਂ ਹੋਇਆ ਹੈਗਾ। ਸੋ ਦੇਰ ਇਜ਼ ਡਿਫਰੈਂਟ ਫੈਕਟਰਸ ਜਿਹੜੇ ਉਹ ਇਹ ਕਹਿ ਰਹੇ ਹੈਗੇ ਵੀ ਇਸ ਕਰਕੇ ਇਕੋਨਮੀ ਵਧੀ ਨਹੀਂ ਹੈਗੀ, ਵੀ ਦੈਨ the economy or the country will fall into recession by towards the end of the year। ਹੁਣ ਰਿਸੈਸ਼ਨ ਤੋਂ ਹਲੇ ਹੁਣੇ ਨਿਕਲੇ ਸੀਗੇ, ਉਧਰੋਂ ਪੈਂਡੈਮਿਕ ਆ ਗਈ ਹੈਗੀ ਆ, ਤੇ ਜੇ ਉਹ ਬਗਲਾ ਇੱਕ ਹੋਰ ਰਿਸੈਸ਼ਨ ਆ ਗਿਆ, ਜਿਹਦੇ ਨਾਲ ਜਿੱਥੇ ਆਪਾਂ ਹੁਣ ਸਟ੍ਰਾਈਕਾਂ ਦੀ ਜਾਂ ਆਪਾਂ ਵੇਜਸ ਦੀ ਇਨਕਰੀਜ਼ ਦੀ ਗੱਲ ਕਰਦੇ ਹਾਂ, ਹੋਰ ਵੱਖਰੀਆਂ ਜਿੰਨੇ ਵੀ ਹੈਗੇ ਆ ਸਾਰੇ ਇੰਟਰਲਿੰਕਡ ਹੈਗੇ ਆ। ਤੇ ਜੇ ਇਕੋਨਮੀ ਨਹੀਂ ਵਧੇਗੀ, ਤੇ ਜੇ ਰਿਸੈਸ਼ਨ ਵੱਲ ਨੂੰ ਚਲੇ ਗਏ, ਫਿਰ ਤੇ ਇੱਕ ਹੋਰ ਨਵਾਂ ਪੌੜਾ ਖੜਾ ਹੋ ਜਾਏਗਾ। ਉਹ ਬਿਲਕੁਲ ਜੀ, ਦੇਖੋ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਕਿ ਆਪਣੀ ਜਿਹੜੀ ਆ ਆਰਥਿਕ ਹਾਲਤ ਆ ਦੇਸ਼ ਦੀ, ਉਹਨੂੰ ਕਿਸ ਤਰ੍ਹਾਂ ਦੇਖਭਾਲ ਕਰਨੀ, ਉਹਦੀ ਸੰਭਾਲ ਕਿਸ ਤਰ੍ਹਾਂ ਕਰਨੀ ਆ। ਜੇ ਫਿਰ ਉੱਥੇ ਗੱਲ ਆ ਜਾਂਦੀ ਆ ਆਮ ਵਰਕਰਾਂ ਦੀ, ਤੁਹਾਡੇ ਮੇਰੇ ਹਾਲਾਤ ਇਹ ਹੈਗੇ ਆ, ਜੇਕਰ ਕੀਮਤਾਂ ਵੱਧਦੀਆਂ, ਖਰਚੇ ਵੱਧਦੇ ਆ, ਤੇ ਸਾਡਾ ਜ਼ਰੀਆ ਜਿਹੜਾ ਆਮਦਨ ਦਾ ਉਹ ਸਾਡੀ ਨੌਕਰੀ ਆ। ਜੇਕਰ ਨੌਕਰੀ ਤੇ ਸਾਡੀ ਤਨਖਾਹ ਨਹੀਂ ਵਧਾਈ ਜਾਂਦੀ, ਤਾਂ ਤੁਸੀਂ ਦੱਸੋ ਕਿ ਉਹ ਜਿਹੜਾ ਘਾਟਾ ਆ ਉਹਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਵੇਗਾ।
ਤੇ ਉਹ Yeah. ਜੇਕਰ ਸਰਕਾਰਾਂ ਜਿਹੜੀਆਂ ਆ ਆਮ ਕਾਮਿਆਂ ਨੂੰ ਹੜਤਾਲ ਕਰਨ ਤੇ ਮਜਬੂਰ ਕਰ ਦਿੰਦੀਆਂ ਹੈਗੀਆਂ ਤੇ ਉਹਦੇ ਨਾਲ ਦੇਸ਼ ਦਾ ਹੀ ਨੁਕਸਾਨ ਹੁੰਦਾ ਹੈਗਾ। ਜਿਹੜਾ ਪੈਂਡੈਮਿਕ ਗੁਜ਼ਰਿਆ ਹੈਗਾ ਉਹਦੇ ਤੇ ਵੀ ਬਹੁਤ ਖਰਚਾ ਸਰਕਾਰ ਨੂੰ ਕਰਨਾ ਪੈ ਰਿਹਾ ਤੇ ਇਹ ਸਰਕਾਰ ਨੂੰ ਇਹ ਕਾਪਾ ਪੂਰਾ ਕਰਨ ਦੇ ਲਈ ਵੀ ਕਿਤੇ ਨਾ ਕਿਤੇ ਪੈਸੇ ਜਿਹੜੇ ਆ ਉਹ ਲੱਭਣੇ ਪੈਣਗੇ। ਨਹੀਂ ਤਾਂ ਇਸ ਤਰ੍ਹਾਂ ਹੜਤਾਲਾਂ ਦੇ ਨਾਲ ਉਹ ਜਿਹੜੀ ਹਾਲਾਤ ਆ ਉਹ ਹੋਰ ਵੀ ਖਰਾਬ ਹੋਣ ਦੀ ਸੰਭਾਵਨਾ ਹੈਗੀ ਆ। ਸੋ ਯੂਨੀਅਨਸ ਨੂੰ ਮੈਂ ਤਾਂ ਇਹ ਕਹੂੰਗਾ ਕਿ ਯੂਨੀਅਨ ਤੇ ਜਿਹੜੇ ਹੈਗੇ ਕੰਪਨੀਆਂ ਔਰ ਜਿਹੜੀ ਸਰਕਾਰ ਹੈਗੀ ਉਹਨਾਂ ਨੂੰ ਰਲ ਕੇ ਇਸ ਚੀਜ਼ ਦਾ ਜਿਹੜਾ ਹੱਲ ਆ ਉਹ ਲੱਭਣਾ ਪੈਣਾ। ਹਾਂਜੀ ਇਹ ਕੁਲਦੀਪ ਜੀ, ਜਦੋਂ ਆਪਾਂ ਦੇਖਦੇ ਹਾਂ ਇਸ ਮੁਲਕ ਦੇ ਵਿੱਚ ਜਿਹੜੀਆਂ ਮਤਲਬ ਬਹੁਤ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਹੈਗੀ, ਜਿੱਦਾਂ ਹੁਣ ਔਨਸ ਹੈਗੀ ਆ, ਆਫਿਸ ਆਫ ਨੈਸ਼ਨਲ ਸਟੈਟਿਸਟਿਕਸ ਜਿਹੜੇ ਹੈਗੇ ਆ ਉਹ ਇਸ ਨੂੰ ਮੈਜਰ ਕਰਦੇ ਹੈਗੇ ਆ ਇਕਨੋਮੀ ਨੂੰ। ਦੂਸਰੇ ਪਾਸੇ ਤੇ ਨੈਸ਼ਨਲ ਇੰਸਟੀਚਿਊਟ ਆਫ ਇਕਨੋਮਿਕ ਐਂਡ ਸੋਸ਼ਲ ਰਿਸਰਚ ਉਹ ਕਹਿੰਦੇ ਦੇਰ ਐਕਸਪੈਕਟਡ ਦ ਯੂਕੇ ਇਕਨੋਮੀ ਟੂ ਕੰਟੀਨਿਊ ਫੋਲਿੰਗ ਓਵਰ ਦ ਨੈਕਸਟ 3 ਕੁਆਰਟਰਸ। ਹੁਣ ਜੇ ਆਪਾਂ 3 ਕੁਆਰਟਰ ਦੇਖ ਲੈਂਦੇ ਆ, ਉਹ ਆ ਗਏ ਵੀ ਸਿੱਧੇ 9 ਮਹੀਨੇ ਦੇ ਸਾਲ ਤਾਂ ਉਹੀ ਹੋ ਜਾਂਦਾ ਹੈਗਾ। ਸੋ ਉਹ ਚੀਜ਼ ਹੈਗੀ ਹੈ, ਜੇ ਇਹ ਸੈਸ਼ਨ ਦੇ ਵਿੱਚ ਟੂਵਰਡਸ ਦੀ ਐਂਡ ਆਫ ਦਿਸ ਈਅਰ ਜਾਂਦੇ ਹੈਗੇ ਆ ਤੇ ਬਿਗਨਿੰਗ ਆਫ ਨੈਕਸਟ ਈਅਰ ਦੇ ਸਮਰ ਤੱਕ ਮੁੜ ਕੇ ਜਾਣੀ ਸਾਲ ਹੋ ਗਿਆ ਨਾ, ਤੇ ਜੇ ਇਕਨੋਮੀ ਦਾ ਇਹ ਹਾਲ ਰਿਹਾ ਰਿਸੈਸ਼ਨ ਦੇ ਵਿੱਚ ਹੋ ਕੇ, ਤੇ ਜਿਹੜੀਆਂ ਗਵਰਨਮੈਂਟਾਂ ਚਾਹੇ ਕੋਈ ਵੀ ਆ ਜਾਏ, ਗਵਰਨਮੈਂਟ ਚਾਹੇ ਉਹ ਟੋਰੀ ਹੋਵੇ ਚਾਹੇ ਲੇਬਰ ਹੋਵੇ, ਦੋਹਾਂ ਦੇ ਵਿੱਚ ਹੀ ਆਮਦਨੀ ਤੇ ਗੱਲ ਹੁੰਦੀ ਹੈ। ਅੱਗੇ ਜਾ ਕੇ ਹੁਣ ਆਪਾਂ ਕੀਰ ਸਟਾਰਮਰ ਦੀ ਗੱਲ ਕਰਾਂਗੇ, ਜਿਹੜੀ ਕਾਸਟ ਆਫ ਲਿਵਿੰਗ ਦੀ ਉਹ ਗੱਲ ਕਰਦਾ ਹੈਗਾ। ਤੇ ਇਹ ਜਿਹੜਾ ਇਧਰਲੇ ਪਾਸੇ ਜਿਹੜਾ ਧਿਆਨ ਹੈਗਾ, ਕੁਲਦੀਪ ਜੀ ਤੁਸੀਂ ਕੀ ਕਹੋਗੇ? ਇਕੋਨਮੀਆਂ ਦੇ ਵਿੱਚ ਥੋੜ੍ਹਾ ਜਿਹਾ ਜਿਹੜੇ ਸਾਰੇ ਜਿਹੜੇ ਬੜੇ ਇਕੋਨੋਮਿਸਟ ਹੁੰਦੇ ਆ ਉਹ ਕਹਿੰਦੇ ਆ ਵੀ ਇਹ ਅਪਸ ਐਂਡ ਡਾਊਨਸ ਆਉਂਦੀਆਂ ਐਵਰੀ 10 ਇਅਰਸ ਜਾਂ 15 ਇਅਰਸ। ਇਹਨਾਂ ਦਾ ਗ੍ਰਾਫ ਹੁੰਦਾ, ਉੱਤੇ ਨੂੰ ਚੜ ਜਾਂਦੇ ਆ ਫਿਰ ਥੱਲੇ ਆ ਜਾਂਦੀ ਹੈਗੀ ਆ। ਪ੍ਰੋਬਲਮ ਉਹਨਾਂ ਦੀ ਹੁੰਦੀ ਆ ਕਿ ਸਭ ਕੁਝ ਅੱਜ ਕੱਲ੍ਹ ਜੋ ਵੀ ਕੁਝ ਮਿਲਦਾ ਹੈਗਾ ਜਾਂ ਇੱਕ ਮਾਰਕੀਟ ਆ ਜਾਂ ਸ਼ੇਅਰਸ ਹੈਗੇ ਆ, ਉਹ ਇੰਟਰਨੈਸ਼ਨਲੀ ਕੰਟਰੋਲਡ ਹੁੰਦੇ ਹੈਗੇ ਆ। ਕਿਉਂਕਿ ਆਪਣੇ ਹੁਣ ਤੇਲ ਦਾ ਜਾਂ ਫੂਡ ਦਾ ਜਾਂ ਕਣਕ ਕੁਣਕੀ ਜੋ ਉਹ ਪ੍ਰਾਈਸਿਸ ਇੰਟਰਨੈਸ਼ਨਲੀ ਡਾਲਰਾਂ ਦੇ ਵਿੱਚ ਲੱਗਦੀ ਹੈਗੀ ਆ। ਉਹ ਫਿਰ ਜਦੋਂ ਕੋਈ ਗੜਬੜ ਹੁੰਦੀ ਆ ਤੇ ਪਹਿਲਾਂ ਜਿਹੜੇ ਹੁੰਦੇ ਆ ਸ਼ੇਅਰਸ ਉਹ ਚੜ੍ਹਦੇ ਰਹਿੰਦੇ ਫਿਰ ਬਾਅਦ ਵਿੱਚ 10 ਸਾਲੀ ਜਾਂ 12 ਸਾਲੀ ਉਹ ਫਿਰ ਡਾਊਨ ਹੁੰਦੇ। ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈਗਾ ਕਿ 2007 ਵਿੱਚ ਜਾਂ 8 ਵਿੱਚ ਬੜੇ ਬੜੇ ਬੈਂਕ ਜਿਹੜੇ ਸੀਗੇ ਉਹ ਅਮਰੀਕਾ ਦੇ ਉਹ 2-3 ਜਿਹੜੇ ਪੁਰਾਣੇ ਉਹ ਬੈਂਕਰਪਟੀ ਹੋ ਗਏ ਆ। ਉਹਨਾਂ ਦਾ ਕੀ ਕਾਰਨ ਸੀਗਾ ਕਿ ਉਹਨਾਂ ਨੇ ਪੈਸੇ ਜ਼ਿਆਦਾ ਲੈਂਡ ਕਰ ਦਿੱਤੇ ਤੇ ਜਿਹੜੇ ਬੰਦੇ ਮੋਹਰਿਓਂ ਪੇ ਕਰਦੇ ਸੀਗੇ ਉਹਨਾਂ ਨੇ ਕਿਸ਼ਤਾਂ ਪੇ ਕਰਨੀਆਂ, ਉਹਨਾਂ ਕੋਲ ਪੈਸੇ ਹੈ ਨਹੀਂ ਸੀਗੇ ਤਾਂ ਬੈਂਕਾਂ ਫਿਰ ਜਿੱਦਾਂ ਉਹ ਫਿਰ ਹੋ ਗਈਆਂ। ਇਸ ਕਰਕੇ ਅਸੀਂ ਕਹਿੰਦੇ ਆ ਕਿ ਜਿਹੜੀ ਗਵਰਨਮੈਂਟਾਂ ਕੰਟਰੋਲ ਕਰਦੀਆਂ ਜਾਂ ਗਵਰਨਮੈਂਟ ਥੋੜ੍ਹਾ ਬਹੁਤ ਹੀ ਕੰਟਰੋਲ ਕਰਦੇ, ਪਰ ਬਾਕੀ ਦਾ ਜਿਹੜਾ ਬਾਇੰਗ ਐਂਡ ਸੈਲਿੰਗ ਜਾਂ ਸ਼ੇਅਰਸ ਹੁੰਦੇ ਆ ਉਹ ਸਭ ਦੁਨੀਆ ਦੇ ਆਊਟ ਆਫ ਕੰਟਰੋਲ ਹੈਗੇ ਆ ਗਵਰਨਮੈਂਟ ਦੇ ਜਾਂ ਸਾਡੇ ਤੋਂ ਵੀ। ਉਹ ਹੋਰ ਕੋਈ ਕੰਟਰੋਲ ਕਰਦਾ ਹੈਗਾ। ਹੁਣ ਨੈਕਸਟ ਗੱਲ ਹੈਗੀ ਕਿ ਅਸੀਂ ਯੂਰਪ ਦੇ ਵਿੱਚੋਂ ਹੀ ਬਾਹਰ ਆ ਗਏ ਹੈਗੇ ਆ, ਉਹਦੇ ਉੱਤੇ ਵੀ ਸਾਡਾ ਥੋੜ੍ਹਾ ਬਹੁਤ ਅਸਰ ਹੈਗਾ ਆ। ਅੱਗੇ ਸੀਗਾ ਅਸੀਂ ਯੂਰਪੀਅਨ ਕੰਟਰੀ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਸੀਗੇ, ਸਾਡੀ ਉਹਨਾਂ ਦੀ ਇਕੋਨਮੀ ਨਾਲ ਜੁੜੀ ਹੋਈ ਸੀਗੀ। ਹੁਣ ਅਸੀਂ ਉਹਨਾਂ ਨਾਲੋਂ ਤੋੜ ਲਈ ਆ। ਉਹ ਜਿਹੜੇ ਯੂਰਪੀਅਨ ਯੂਨੀਅਨ ਦੇ 27-28 ਕੰਟਰੀ ਆ ਉਹਨਾਂ ਦਾ ਇਕਜੁੱਟ ਰਹਿ ਗਿਆ ਤੇ ਅਸੀਂ ਹੁਣ ਬਾਹਰ ਆ ਗਏ। ਲੌਂਗ ਟਰਮ ਦੇ ਵਿੱਚ ਦੇਖੋ ਉਹਦਾ ਕੀ ਅਸਰ ਪੈਂਦਾ ਹੈਗਾ। ਕਹਿੰਦੇ ਆ ਕਿ ਉਹ ਸਾਨੂੰ ਨੁਕਸਾਨ ਹੀ ਹੋਣਾ ਆ ਇਕਨੋਮਿਕਲੀ। ਪਰ ਕਿਉਂਕਿ ਜਿਹੜੇ ਜਿੰਨੇ ਵੀ ਇਕੋਨੋਮਿਸਟ ਸੀਗੇ ਜਦੋਂ 2016 ਦੇ ਵਿੱਚ ਰੈਫਰੈਂਡਮ ਹੋਇਆ, ਉਹ ਕਹਿੰਦੇ ਸੀਗੇ ਵੀ ਅੰਦਰ ਹੀ ਰਹਿਣਾ ਚੰਗਾ ਆ, ਪਰ ਚਲੋ ਲੋਕਾਂ ਨੇ ਵੋਟ ਪਾ ਲਈ ਆ ਤੇ ਸਾਰੇ ਐਕਸੈਪਟ ਕਰਦੇ ਹੈਗੇ ਆ। ਇਸ ਕਰਕੇ ਕੰਟਰੀ ਦੇ ਵਿੱਚ ਬਹੁਤਾ ਕੁਝ ਘੱਟ ਹੁੰਦਾ ਇਕੋਨਮੀ ਦਾ। ਬਾਹਰ ਇੰਟਰਨੈਸ਼ਨਲੀ ਸਭ ਕੁਝ ਬਾਇੰਗ ਐਂਡ ਸੈਲਿੰਗ, ਜਿੱਦਾਂ ਤੇਲ ਹੁੰਦਾ ਜਾਂ ਗੈਸ ਜਾਂ ਸਭ ਕੁਝ ਉੱਥੇ ਹੈਗਾ। ਡਾਲਰ ਉਹ ਗੋਡ ਹੈਗਾ, ਸਭ ਕੁਝ ਡਾਲਰਾਂ 'ਚ ਹੀ ਸਭ ਕੁਝ ਹੁੰਦਾ ਹੈਗਾ ਤੇ ਜੇ ਡਾਲਰ ਹੈਗਾ ਤਾਂ ਮਾਈਟ ਤਾਂ ਸਭ ਕੁਝ ਹੈਗਾ। ਇਸ ਕਰਕੇ ਬਹੁਤਾ ਕੁਝ ਗਵਰਨਮੈਂਟ ਨਹੀਂ ਕਰ ਸਕਦੀ ਇਨ ਸ਼ੋਰਟ। ਆਪਾਂ ਅੱਗੇ ਤੁਰੀਏ ਕਿਉਂਕਿ ਸਮਾਂ ਬੜੀ ਤੇਜ਼ੀ ਨਾਲ ਚੱਲ ਰਿਹਾ ਹੈਗਾ। ਤੇ ਬਲਦੇਵ ਜੀ, ਜਿਹੜੀ ਕਾਸਟ ਆਫ ਲਿਵਿੰਗ ਦੀ ਜਿਹੜੀ ਗੱਲ ਕਰਦੇ ਸੀਗੇ, ਉਹ ਜਿੱਦਾਂ ਹੁਣ ਕੁਲਦੀਪ ਜੀ ਹੁਣੀ ਥੋੜ੍ਹਾ ਜਿਹਾ ਟੱਚ ਵੀ ਕਰਤਾ, ਜਾਂ ਤੇਲ ਦੀ ਜਾਂ ਜੋੜ। ਤੇ ਕੀਰ ਸਟਾਰਮਰ ਜਿਹੜਾ ਲੇਬਰ ਦਾ ਲੀਡਰ ਹੈਗਾ ਤੇ ਆਪੋਜੀਸ਼ਨ ਲੀਡਰ ਵੀ ਉਹੀ ਆ, ਤੇ ਉਹ ਕਹਿ ਰਿਹਾ ਹੈਗਾ ਵੀ ਜਿਹੜੀ ਐਨਰਜੀ ਪ੍ਰਾਈਸ ਹੈਗੀ ਆ ਉਹਨੂੰ ਕੈਪ ਫਰੀਜ਼ ਕੀਤਾ ਜਾਵੇ। ਭਾਵ ਜਿਹਨੂੰ ਆਪਾਂ ਨੇ ਕੈਪ ਕਹਿੰਦੇ ਹੈਗੇ, ਤੇ ਉਹ ਕੈਪ ਟੋਪੀ ਵਾਲੀ ਗੱਲ ਨਹੀਂ, ਜੇ ਆਪਾਂ ਬਾਕੀ ਲੋਕਾਂ ਨੂੰ ਵੀ ਸਮਝਾ ਦਈਏ, ਇਹਨੂੰ ਕੈਪ ਕੀਤਾ ਵੀ ਉਹਦੇ ਉੱਥੇ ਹੀ ਉਹਨੂੰ ਪ੍ਰਾਈਸ ਜਿਹੜੀ ਵਧਣ ਨਾ ਦਿੱਤੀ ਜਾਵੇ। ਉਹ ਕਹਿੰਦਾ ਵੀ ਕਸਟਮਰਸ ਟੂ ਐਵਰੇਜ ਯੂਜ਼ ਆਫ 1000
900 ਦੇ ਤੱਕ ਤਕਰੀਬਨ 1900 ਪੌਂਡ ਦੇ ਲਾਗੇ ਜਾ ਕੇ, ਪਰ ਜਿਹੜੇ ਐਕਸਪਰਟਸ ਹੈਗੇ ਆ ਉਹ ਕਹਿ ਰਹੇ ਵੀ ਪ੍ਰਾਈਸਾਂ ਜਿਹੜੀਆਂ ਹੈਗੀਆਂ ਤਕਰੀਬਨ 3500 4000 ਤੱਕ ਇਹ ਵੱਧ ਸਕਦੀਆਂ ਹੈਗੀਆਂ, ਤੇ ਜਿਹੜੀਆਂ ਕੰਪਨੀਆਂ ਜਿਹੜੀਆਂ ਪ੍ਰੋਫਿਟ ਦੀ ਗੱਲ ਹੁਣੇ ਕਰ ਰਹੇ ਸੀਗੇ, ਹੋਰ ਅੱਗੇ ਜਾ ਕੇ ਵੀ ਕਰਾਂਗੇ, ਤੇ ਉਹਨਾਂ ਦੇ ਉੱਤੇ ਇਹ ਜਿਹੜਾ ਹੈਗਾ ਵਿੰਡਫੋਲ ਟੈਕਸ ਜਿਹੜਾ ਹੈਗਾ ਉਹ ਲਾਇਆ ਜਾਵੇ, ਤਾਂ ਕਿ ਇਹ ਜਿਹੜੀ ਈਜ਼ ਹੋਏ, ਔਰ ਕਾਫੀ ਤੋਂ ਜ਼ਿਆਦਾ ਉਹ ਪ੍ਰੋਫਿਟ ਬਣਾ ਰਹੇ ਆ। ਕੀ ਸਟਾਰਮਰਸ ਦੀ ਜਿਹੜੀ ਇਹ ਪ੍ਰਪੋਜ਼ਲ ਹੈਗੀ ਆ, ਇਹ ਕਿੱਥੇ ਕੁ ਤੱਕ ਕੰਮ ਕਰ ਸਕਦੀ ਹੈ? ਬਲਦੇਵ ਜੀ। ਦੇਖੋ, ਜਦੋਂ ਤੁਸੀਂ ਆਪੋਜੀਸ਼ਨ ਚੁਣਦੇ ਨਾ ਤਾਂ ਤੁਹਾਨੂੰ ਇਸ ਤਰ੍ਹਾਂ ਦੀਆਂ ਫਿਗਰਸ ਦੇਣੀਆਂ ਵੀ ਬਹੁਤ ਸੌਖੀਆਂ ਹੁੰਦੀਆਂ ਔਰ ਗੱਲਾਂ ਕਰਨੀਆਂ ਵੀ ਬਹੁਤ ਸੌਖੀਆਂ ਹੁੰਦੀਆਂ। ਜੇਕਰ ਇਹਨੂੰ ਕੇਅਰ ਸਟਾਰਮਰ ਨੂੰ ਇਹ ਪੁੱਛਿਆ ਜਾਵੇ ਵੀ ਇਹ ਜਿਹੜੀ ਫਿਗਰ ਹੈਗੀ ਆ 1900 ਕੁਛ, ਕਿ ਇਹਨੂੰ ਫੰਡ ਕਰਨ ਦੇ ਲਈ, ਦੇਖੋ ਹੁਣ ਕੀਮਤਾਂ ਤਾਂ ਵੱਧ ਰਹੀਆਂ ਹੈਗੀਆਂ, 5000 ਤੱਕ ਚਲੇ ਜਾ ਰਹੀਆਂ, ਤੇ ਇਹ ਕਹਿੰਦਾ ਹੈ ਕਿ ਬਈ ਉਹਨਾਂ ਨੂੰ ਸਿਰਫ ਤੇ ਸਿਰਫ 1900 ਤੱਕ ਰੱਖਣਾ ਚਾਹੀਦਾ। ਤੇ ਉਹ ਜਿਹੜੀਆਂ ਕੀਮਤਾਂ, ਜਿਸ ਤਰ੍ਹਾਂ ਕੁਲਦੀਪ ਜੀ ਨੇ ਕਿਹਾ ਹੈਗਾ ਕਿ ਬਈ ਅੰਤਰਰਾਸ਼ਟਰੀ ਪੱਧਰ ਤੇ ਕਈ ਜਿਹੜੀਆਂ ਚੀਜ਼ਾਂ ਹੁੰਦੀਆਂ, ਉਹ ਇੱਕ ਇੰਡੀਵਿਜੂਅਲ ਸਰਕਾਰ ਦੇ ਹੱਥ ਵੱਸ ਨਹੀਂ ਹੁੰਦਾ। ਉਹ ਅੰਤਰਰਾਸ਼ਟਰੀ ਜਿਹੜੀ ਸਿਚੁਏਸ਼ਨ ਆ ਉਹ ਕੀ ਬਣੀ ਹੈਗੀ ਆ, ਜ਼ਿਆਦਾ ਕਰਕੇ ਉਹ ਡਿਟਰਮਿਨ ਕਰਦੀ ਆ ਕਿ ਬਈ ਹਰ ਇੱਕ ਦੇਸ਼ ਦੀ ਇਕੋਨਮੀ ਤੇ ਉਹਦਾ ਜ਼ਿਆਦਾ ਅਸਰ ਪੈਂਦਾ ਹੈਗਾ। ਤੇ ਹੁਣ ਜੇਕਰ ਇਹ ਕੈਪ ਕਰਨ ਦੇ 1900 ਕੁਛ ਤੇ ਕੈਪ ਕਰਨ ਦੀ ਪ੍ਰਪੋਜ਼ਲ ਦਿੰਦੇ ਹੈਗੇ ਆ, ਤੇ ਉਹ ਜਿਹੜੀਆਂ ਕੀਮਤਾਂ ਵਧੀਆਂ ਹੈਗੀਆਂ, ਉਹ ਜਿਹੜਾ ਡਿਫਰੈਂਸ ਹੋਏਗਾ 1900 ਤੇ ਜੇਕਰ ਮੰਨ ਲਓ ਕਿ ਵੀ 4000 ਜਾਂ 4500 ਕੀਮਤ ਵੱਧ ਜਾਂਦੀ ਆ, ਤੇ ਉਹ ਜਿਹੜਾ ਡਿਫਰੈਂਸ ਆ ਉਹ ਕਿੱਥੋਂ ਲੈ ਕੇ ਆਉਣਾ ਹੈਗਾ। ਬਹੁਤ ਚੰਗੀ ਗੱਲ ਹੈਗੀ ਆ ਕਿ ਕੇਅਰ ਸਟਾਰਮਰ ਨੇ ਇਹ ਕਿਹਾ ਹੈਗਾ ਕਿ ਉਹ ਕੈਪ ਲਾ ਦੇਣਾ ਚਾਹੀਦਾ, ਪਰ ਇਹਨੂੰ ਨਾਲ ਇਹ ਵੀ ਦੱਸਣਾ ਪਏਗਾ ਕਿ ਬਈ ਉਹ ਜਿਹੜਾ ਸ਼ਾਰਟਫਾਲ ਹੈਗਾ ਉਹ ਕਿੱਥੋਂ ਆਏਗਾ। ਦੂਸਰੇ ਪਾਸੇ ਤੁਸੀਂ ਥੋੜਾ ਜਿਹਾ ਹਿੰਟ ਵੀ ਦਿੱਤਾ ਹੈਗਾ ਕਿ ਕੰਪਨੀਆਂ ਜਿਹੜੀਆਂ ਹੈਗੀਆਂ, ਖਾਸ ਕਰ ਆਇਲ ਤੇ ਗੈਸ ਕੰਪਨੀਆਂ, ਉਹ ਬਹੁਤ ਹੀ ਜ਼ਿਆਦਾ ਅੱਜ ਕੱਲ੍ਹ ਪ੍ਰੋਫਿਟ ਬਣਾ ਰਹੀਆਂ ਹੈਗੀਆਂ। ਉਹ ਕਿਉਂ ਬਣਾ ਰਹੀਆਂ? ਕਿਉਂਕਿ ਉਹਨਾਂ ਦੀ ਜਿਹੜੀ ਆ ਕਾਸਟ ਆ ਉਹ ਕਨਸਟੈਂਟ ਰਹਿੰਦੀ ਆ, ਲੇਕਿਨ ਜਿਹੜੀਆਂ ਕੀਮਤਾਂ ਹੈਗੀਆਂ ਗੈਸ ਦੀਆਂ ਤੇ ਤੇਲ ਦੀਆਂ, ਉਹ ਬਹੁਤ ਹੀ ਵਧੀਆ ਹੈਗੀਆਂ, ਤੇ ਉਹ ਸਿੱਧੀ ਦੀ ਸਿੱਧੀ ਜਿਹੜੀ ਆ ਪ੍ਰੋਫਿਟ ਆ ਉਹ ਕੰਪਨੀਆਂ ਦੇ ਬੈਂਕ ਅਕਾਊਂਟ ਦੇ ਵਿੱਚ ਚਲੇ ਜਾਂਦੀ ਆ। ਜਿਸ ਤਰ੍ਹਾਂ ਨਵੀਂ ਖਬਰ ਆਈ ਕਿ ਸਾਊਦੀ ਅਰੈਮਕੋ ਨੇ ਕਿੰਨੇ 48 ਬਿਲੀਅਨ ਡਾਲਰ ਦੀ ਪ੍ਰੋਫਿਟ ਕੀਤੀ ਹੈਗੀ ਆ। ਅੱਛਾ, ਤੇ ਹੁਣ ਜੇਕਰ ਸਰਕਾਰ ਨੇ ਆਪਣੀ ਇਕੋਨਮੀ ਨੂੰ ਠੀਕ ਕਰਨਾ, ਤੇ ਉਹਨਾਂ ਦੇ ਲਈ ਇਹ ਸਿੱਧਾ ਸਾਦਾ ਸਵਾਲ ਕੰਪਨੀਆਂ ਤੋਂ ਪੁੱਛਣਾ ਪਏਗਾ ਕਿ ਇਹ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਪ੍ਰੋਫਿਟ ਹੋਈ ਆ ਉਹ ਕਿਸ ਤਰ੍ਹਾਂ ਹੋਈ ਆ। ਇੱਕ ਪਾਸੇ ਦਾ ਤੁਸੀਂ ਕੀਮਤਾਂ ਵਧਾ ਰਹੇ ਹੈਗੇ ਆ, ਦੂਸਰੇ ਪਾਸੇ ਇਹ ਸ਼ੋਅ ਕਰ ਰਹੇ ਆ ਕਿ ਬਈ ਸਾਡੀ ਪ੍ਰੋਫਿਟ ਬਹੁਤ ਵਧੀ ਹੈਗੀ ਆ, ਔਰ ਤੀਜਾ ਇਹ ਆ ਕਿ ਬਈ ਉਹਨਾਂ ਨੂੰ ਇਹ ਵੀ ਦਿਸਦਾ ਹੈ ਕਿ ਬਈ ਸਾਰਾ ਦੇਸ਼ ਜਾਂ ਸਾਰਾ ਅੰਤਰਰਾਸ਼ਟਰੀ ਪੱਧਰ ਤੇ ਸਾਰੀ ਦੁਨੀਆ ਦੇ ਦੇਸ਼ ਜਿਹੜੇ ਆ ਉਹ ਮੁਸ਼ਕਲਾਂ ਦੇ ਵਿੱਚ ਦੀ ਗੁਜ਼ਰ ਰਹੇ ਹੈਗੇ ਆ, ਕਿ ਕਿਉਂ ਨਾ ਉਹ ਜਿਹੜੀ ਪ੍ਰੋਫਿਟ ਉਹਨਾਂ ਨੇ ਬਣਾਈ ਹੈਗੀ ਆ ਉਹ ਉਹਨਾਂ ਤੋਂ ਲੈ ਕੇ ਆਮ ਜਨਤਾ ਜੋ ਕਿ ਇੰਨੀਆਂ ਮੁਸੀਬਤਾਂ ਦੇ ਵਿੱਚ ਫਸੀ ਹੋਈ ਹੈਗੀ ਆ, ਉਹਨਾਂ ਨੂੰ ਜਾਂ ਕੀਮਤਾਂ ਘਟਾਈਆਂ ਜਾਣ ਜਾਂ ਉਸ ਪ੍ਰੋਫਿਟ ਦਾ ਹਿੱਸਾ ਆਮ ਜਨਤਾ ਨੂੰ ਵੀ ਦਿੱਤਾ ਜਾਵੇ, ਜਿਹੜਾ ਕਿ ਅੱਜ ਕੱਲ੍ਹ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਇਹ ਕਰ ਰਹੀਆਂ, ਜਿਹਨੂੰ ਵਿੰਡਫਾਲ ਟੈਕਸ ਕਹਿੰਦੇ ਆ ਇਹਨਾਂ ਕੰਪਨੀਆਂ ਤੇ ਲਾਉਣ ਦੇ ਲਈ, ਉਹ ਲਗਾਇਆ ਜਾਵੇ ਤਾਂ ਕਿ ਜਿਹੜੀ ਮੁਸ਼ਕਲਾਂ ਦੇ ਵਿੱਚ ਆਮ ਜਨਤਾ ਫਸੀ ਹੋਈ ਆ ਉਹਨਾਂ ਨੂੰ ਕੋਈ ਰਾਹਤ ਮਿਲ ਸਕੇ। ਜੀ ਕੁਲਦੀਪ ਜੀ, ਆ ਜਿਹੜੀਆਂ ਹੁਣੇ ਤੁਸੀਂ ਤਸਵੀਰਾਂ ਦੇਖੀਆਂ ਹੈਗੀਆਂ ਸਕਰੀਨ ਦੇ ਉੱਪਰ, ਇਹ ਸਾਊਦੀ ਅਰਾਮਕੋ ਜਿਹੜੀ ਹੈਗੀ ਆ ਉਹ 48 ਜਿਹੜੀ ਬਿਲੀਅਨ 48.4 ਬਿਲੀਅਨ ਜਿਹੜਾ ਹੈਗਾ, ਇਹਦਾ ਫਸਟ ਕੁਆਰਟਰ ਦੇ ਵਿੱਚ ਇੰਨਾ ਪ੍ਰੋਫਿਟ ਹੋਇਆ। ਤੇ ਜਿਹੜੀ ਤੁਸੀਂ ਨਾਲ ਹੀ ਪਿਕਚਰ ਦੇਖੀ ਸੀਗੀ ਬੰਗਲਾਦੇਸ਼ ਦੇ ਵਿੱਚ, ਉਹ ਜਿਹੜੀਆਂ ਪ੍ਰਾਈਸਾਂ ਇੰਨੀਆਂ ਵੱਧ ਗਈਆਂ ਹੈਗੀਆਂ, ਉਹ ਕਹਿੰਦੇ ਵੀ ਸਾਨੂੰ ਤਾਂ ਜਾਣੀ ਫੇਰ ਮੁੜ ਕੇ ਭੀਖ ਮੰਗਣ ਵਾਲੀ ਹੈਗੀ ਆ, ਤਕਰੀਬਨ 50% ਹੈਗੀਆਂ। ਤੇ ਜਿਹੜੀਆਂ ਇਹੋ ਜਿਹੇ ਪ੍ਰੋਫਿਟ ਹੈਗੇ ਉਧਰ BP ਵਾਲੇ ਤੇ ਸ਼ੈਲ ਵਾਲੇ ਹੈਗੇ, ਉਹਨਾਂ ਦਾ ਵੀ ਪ੍ਰੋਫਿਟ ਬਹੁਤ ਜ਼ਿਆਦਾ ਵਧਿਆ ਹੈਗਾ। ਤੇ ਉਹ ਪਰ ਜਿਹੜੀ ਕੰਜ਼ਰਵੇਟਿਵ ਗਵਰਨਮੈਂਟ ਹੈਗੀ ਹੈ, ਦੇ ਸਟਿਲ ਰੂਲ ਆਊਟ ਕਿ ਅਸੀਂ ਉਹ ਵਿੰਡਫਾਲ ਟੈਕਸ ਨਹੀਂ ਲੈਣਾ। ਤੇ ਜਿਹੜਾ ਆਪਾਂ ਗੱਲ ਥੋੜੀ ਜਿਹੀ ਹੁਣੇ ਗੱਲ ਕਰਾਂਗੇ, ਜਿਹੜਾ ਆਪਣੇ ਚਾਂਸਲਰ ਸੀਗਾ ਰਿਸ਼ੀ ਸੁਨਕ, ਇਹਨੇ ਹੁਣ ਮਤਲਬ ਲੋਕਾਂ ਦੇ ਲਈ ਕਿਹਾ ਵੀ ਮੈਂ 400 ਪਾਉਂਡ ਦੇਵਾਂਗੇ ਆਉਣ ਵੇਲੇ ਦੇ ਸਮੇਂ ਦੇ ਵਿੱਚ, ਵੀ ਅਸੀਂ ਆਹ ਉਹਨਾਂ ਦੀ ਮਦਦ ਦੇ ਤੌਰ ਦੇ ਉੱਤੇ ਗੱਲ ਕਰਾਂਗੇ। ਇਹਦੇ ਤੇ ਦੋ ਚਾਰ ਗੱਲਾਂ ਹੈਗੀਆਂ। ਕੁਲਦੀਪ ਜੀ, ਤੁਸੀਂ ਕੀ ਕਹੋਗੇ? ਹਾਂਜੀ, ਬਿਲਕੁਲ ਤੁਹਾਡੀ ਗੱਲ ਠੀਕ ਆ ਜੀ। ਇਹ ਇੱਕ 3 ਮਹੀਨਿਆਂ ਦਾ ਆ 48 ਬਿਲੀਅਨ। ਤਾਂ ਆ ਜਿਹੜੇ ਪਿਛਲੇ 2-4 ਹਫ਼ਤਿਆਂ ਤੋਂ
ਸ਼ੈਲ ਜਾਂ BP ਵਾਲਿਆਂ ਦੇ ਵੀ 1.5 ਜਾਂ 2 ਬਿਲੀਅਨ, ਨਾਟ ਮਿਲੀਅਨ, ਬਿਲੀਅਨ ਦੀ ਗੱਲ ਕਰਦੇ ਆ ਜੀ। ਉਹ ਵੀ ਇੱਕ ਕੁਆਟਰ ਦੇ ਕਿ 3 ਮਹੀਨਿਆਂ ਦੀ ਗੱਲ ਕਰਦੇ ਹੈਗੇ ਆ, ਇਸ ਕਰਕੇ ਸਾਰੇ ਸਾਲ ਦੀ ਨਹੀਂ ਹੈਗੀ ਆ। ਤੇ ਇਸ ਕਰਕੇ ਹੁਣ ਬੰਗਲਾਦੇਸ਼ ਵਿਚਾਰੇ ਗਰੀਬ ਦੇਸ਼ ਹੈਗਾ, ਉਹ 50% ਜਾਂ ਕਿੰਨੇ percent ਉਹਨਾਂ ਦਾ ਵਧੀ ਜਾਂਦਾ ਹੈਗਾ ਆ ਪ੍ਰਾਈਸਾਂ, ਉਹਨਾਂ ਦਾ ਬੁਰਾ ਹਾਲ ਹੈਗਾ। ਲੇਕਿਨ ਜਿਹੜੀਆਂ ਬੜੀਆਂ ਇੰਟਰਨੈਸ਼ਨਲ ਕੰਪਨੀਆਂ ਹੈਗੀਆਂ, ਤੇ ਉਹ ਦੇਖੋ ਹੁਣ ਕਿ ਉਹ ਆਪਣੇ ਪੈਸਿਆਂ ਦੇ ਨਾਲ ਜੇਬਾਂ ਭਰੀਆਂ ਫਿਰਦੇ। ਮੈਨੂੰ ਕੋਈ ਪ੍ਰੋਬਲਮ ਨਹੀਂਗਾ ਕਿ ਉਹ ਜੇ ਲੋਕਾਂ ਦੀ ਪ੍ਰਾਈਸਾਂ ਠੀਕ ਰਹਿਣ ਤਾਂ ਲੋਕ ਵੀ ਹੁਣ ਤਾਂ ਆਪਣਾ ਪ੍ਰੋਫਿਟ ਬਣਾ ਲੈਣ, ਕਿਉਂਕਿ ਮੈਂ ਵੀ ਬਿਜ਼ਨਸਮੈਨ ਹੈਗਾ ਆ। ਪਰ ਐਕਸੈਸਿਵ ਜਿਹੜਾ ਹੈਗਾ ਆ ਪ੍ਰੋਫਿਟ ਬਹੁਤ ਜ਼ਿਆਦਾ ਹੈਗਾ ਆ, ਉਹ ਬੜਾ ਕਹਿੰਦੇ ਵੀ ਬਹੁਤ ਵੀ ਮਾੜਾ ਹੈਗਾ। ਇੱਕ ਗੱਲ ਹੋਰ ਆ ਛੋਟੀ, ਫਰਾਂਸ ਦੇ ਵਿੱਚ ਸਿਰਫ ਸਾਡਾ ਜਿਹੜਾ ਹੈਗਾ ਆ ਗੈਸ ਜਾਂ ਬਿਜਲੀ, ਉਹ ਦੇਖੋ ਹੁਣ ਕਹਿੰਦੇ ਵੀ ਕਿੰਨੇ ਪਹਿਲਾਂ 1200 ਸੀਗਾ ਸਾਲ ਦਾ, ਤੇ ਹੁਣ ਕਹਿੰਦੇ ਵੀ 1900 ਜਾਂ 2000 ਹੋਣਾ, ਇਹ ਕਹਿੰਦੇ ਹੁਣ 3000, 3.5 ਤੇ 5। ਜਿਹੜਾ ਫਰਾਂਸ ਦੇ ਵਿੱਚ ਹੈਗਾ ਉਹਨਾਂ ਦਾ ਵੀ ਇਹੀ ਹਾਲ ਆ, ਪਰ ਸਿਰਫ ਉਹਨਾਂ ਦੀ ਜਿਹੜੀ ਪਰਸੈਂਟੇਜ ਆ ਇਨਕਰੀਜ਼ ਉਹ ਸਿਰਫ 4% ਹੋਈ ਹੈਗੀ ਆ। ਕਿਉਂ? ਕਿਉਂਕਿ ਉਹ ਨੈਸ਼ਨਲਾਈਜ਼ ਇੰਡਸਟਰੀ ਹੈਗੇ ਆ, ਉਹ ਜਿਹੜੇ ਉਹਨਾਂ ਦੀ ਕੰਪਨੀਆਂ ਹੈਗੀਆਂ ਬਿਜਲੀ ਦੀਆਂ, ਉਹ ਗੌਰਮੈਂਟ ਓਨ ਕਰਦੀ ਆ, ਉਹ ਕਿਸੇ ਨੂੰ ਸ਼ੇਅਰ ਵਾਲਿਆਂ ਨੂੰ ਨਹੀਂ ਦਿੰਦੇ। ਸ਼ੇਅਰਾਂ ਦੇ ਕਿੱਦਾਂ ਹੈਗਾ, ਇਦਾਂ ਹੀ ਜਰਮਨ ਦੇ ਵਿੱਚ ਹੈਗਾ 5% ਜਾਂ 7% ਹੈਗਾ ਆ। ਮੈਂ ਕੋਈ ਬਿਜ਼ਨਸ ਦੇ ਉਲਟ ਨਿਗਾ, ਇਸ ਆ ਕਿ ਕੋਈ ਇੱਥੇ ਚੱਲ ਰਿਹਾ ਹੈਗਾ ਥੋੜੀ ਜਿਹੀ ਡਿਸਕਸ਼ਨ ਜਾਂ ਡਿਬੇਟ ਵੀ ਕਿਉਂ ਨਾ ਇਹ ਜਿਹੜਾ ਪਾਣੀ, ਬਿਜਲੀ, ਗੈਸ ਹੈਗਾ, ਉਸ ਕੰਪਨੀਆਂ ਨੂੰ ਨੈਸ਼ਨਲਾਈਜ਼ ਕੀਤਾ ਜਾਵੇ। ਇਹ ਕਹਿੰਦੇ ਜੀ ਪੈਸੇ ਕਿੱਥੋਂ ਲੈਣੇ ਆ, ਜੇ 200 ਬਿਲੀਅਨ ਜਾਂ ਬਿਲੀਅਨ ਘੱਟ ਵੀ ਦਿੱਤਾ, ਉਹ ਨੈਸ਼ਨਲ ਐਸੈਟਸ ਬਣ ਜਾਣਾ ਹੈਗਾ। ਤੇ ਘੱਟੋ ਘੱਟ ਜਿਹੜਾ ਹੈਗਾ ਲੋਕਾਂ ਦੇ ਡਿਵੀਡੈਂਡਸ ਜਿਹਨੂੰ ਕਹਿੰਦੇ ਆ, ਉਹ ਨਾ ਦੇਣੀ ਪਵੇ। ਇਸ ਆ ਕਿ ਮੈਂ ਦੋਨਾਂ ਦੇ ਹੱਕ ਵਿੱਚ ਹੈਗਾ, ਪਰ ਸਾਡਾ ਜਿਹੜਾ ਢਾਂਚਾ ਹੈਗਾ ਕੋਈ ਗੜਬੜ ਦਾ ਇੱਥੇ ਨਾ, ਸਮਥਿੰਗ ਡਸਨਟ ਲੁੱਕ ਰਾਈਟ, ਕਿ ਸਾਡਾ ਹੁਣ ਇਹ ਕੀ ਸਟਾਰਮਰ ਨੇ ਕਿਹਾ ਕਿ ਉਹਨਾਂ ਤੇ ਅਸੀਂ ਲਾਵਾਂਗੇ ਆਹ ਵਿੰਡਫੋਲ ਟੈਕਸ, ਤੇ ਫਿਰ ਉਹਦੇ ਬਾਰੇ ਕੁਝ ਕੀਤਾ ਜਾਵੇਗਾ। ਇਸ ਕਰਕੇ ਇਹ ਬੜਾ ਕਾਲਾ ਮਾਲਾ ਹੈਗਾ ਕਿ ਸਾਡੀ ਗੌਰਮੈਂਟ ਨੂੰ, ਜਾਂ ਜੇ ਗੌਰਮੈਂਟ ਲੇਬਰ ਦੀ ਆਵੇ ਤਾਂ ਉਹ ਕੁਛ ਨਾ ਕੁਛ ਕਰੇਗੀ ਇਹਦੇ ਬਾਰੇ ਜੀ। ਹਾਂਜੀ, ਠੀਕ ਹੈ, ਇਹ ਡਿਬੇਟ ਚੱਲਦੀ ਰਹਿਣੀ ਹੈ। ਤੇ ਵੈਰੀ ਕੁਇਕਲੀ ਬਲਦੇਵ ਜੀ, ਜੋ US ਦਾ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਸੀ ਡੋਨਲਡ ਟਰੰਪ, ਉਹਦੇ ਤੇ ਰੇਡ ਕਰਕੇ FBI ਨੇ ਸਰਚ ਵਾਰੰਟ ਲੈ ਕੇ ਗਏ ਹੈਗੇ ਕਿ ਕੁਝ ਡਾਕੂਮੈਂਟਸ ਜਿਹੜੇ ਹੈਗੇ ਆ ਕਲਾਸੀਫਾਈਡ ਡਾਕੂਮੈਂਟ ਉਹ ਲੈ ਗਿਆ ਹੈਗਾ। ਇਹਦੇ ਬਾਰੇ ਵੈਰੀ ਕੁਇਕਲੀ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਦੇਖੋ ਉਹ ਪ੍ਰੈਜ਼ੀਡੈਂਟ ਜਿੰਨਾ ਚਿਰ ਰਹੇ ਸੀਗੇ ਤਾਂ ਵੀ ਕੰਟਰੋਵਰਸੀ 'ਚ ਰਹੇ ਸੀ। ਹੁਣ ਜੇ ਉਹ ਪ੍ਰੈਜ਼ੀਡੈਂਟ ਨਹੀਂ ਹੈਗੇ ਤਾਂ ਹੁਣ ਉਹ ਕੰਟਰੋਵਰਸੀ ਉਹਨਾਂ ਦੀ ਜਿਹੜੀ ਆ ਹੋਰ ਵੀ ਵੱਧ ਚੁੱਕੀ ਹੈਗੀ ਆ। ਉਹਨਾਂ ਤੇ ਇਲਜ਼ਾਮ ਇਹ ਹੈਗੇ ਆ ਕਿ ਜਦੋਂ ਉਹਨਾਂ ਨੂੰ ਪ੍ਰੈਜ਼ੀਡੈਂਟ ਪਦ ਤੋਂ ਹਟਾਇਆ ਗਿਆ ਤੇ ਉਹ ਜਿਹੜੇ ਸਰਕਾਰ ਦੇ ਸੀਕ੍ਰੇਟ ਡਾਕੂਮੈਂਟ ਸੀਗੇ ਉਹ ਆਪਣੇ ਘਰ ਲੈ ਗਿਆ ਸੀ, ਤੇ ਇਸ ਲਈ ਉਹਦੀ ਜਿਹੜਾ ਘਰ ਹੈਗਾ ਆ ਫਲੋਰੀਡਾ ਦੇ ਵਿੱਚ, ਉਹਦੇ ਤੇ ਰੇਡ ਕੀਤੀ ਗਈ ਆ ਕਿ ਉਹ ਜਿਹੜੇ ਡਾਕੂਮੈਂਟ ਆ ਉਹ ਸਰਕਾਰ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੀ ਹੈਗੀ ਆ। ਨਾਓ ਹੁਣ ਸਵਾਲ ਪੈਦਾ ਇਹ ਹੁੰਦਾ ਕਿ ਕੀ ਉਹ ਸੱਚਮੁੱਚ ਹੀ ਜਿਹੜੇ ਸੀਕ੍ਰੇਟ ਡਾਕੂਮੈਂਟ ਸੀ ਸਰਕਾਰ ਦੇ ਸੀਗੇ ਉਹ ਆਪਣੇ ਘਰ ਲੈ ਗਿਆ ਸੀ ਜਾਂ ਨਹੀਂ, ਤੇ ਇਹ ਤਾਂ ਆਉਣ ਵਾਲੇ ਕੁਝ ਦਿਨਾਂ 'ਚ ਪਤਾ ਲੱਗੂਗਾ, ਜਦੋਂ ਜੇ ਇਸ ਸਰਕਾਰ ਨੇ ਰੇਡ ਕੀਤੀ ਹੈਗੀ ਉਹ ਦੱਸਣਗੇ ਕਿ ਬਈ ਕਿਹੜੇ ਡਾਕੂਮੈਂਟ ਉਹਦੇ ਘਰੋਂ ਮਿਲੇ ਹੈਗੇ ਆ ਜੀ। ਠੀਕ ਹੈ, ਇਹ ਆਪਾਂ ਗਾਹਾਂ ਚੱਲੀਏ ਕਿਉਂਕਿ ਸਮਾਂ ਬਿਲਕੁਲ ਹੀ ਆਪਣੇ ਕੋਲ 7 ਮਿੰਟ ਰਹਿ ਗਿਆ, ਤੇ ਇੱਕ ਦੋ ਪੁਆਇੰਟ ਰਹਿ ਗਏ ਹੈਗੇ ਆ। ਤੇ ਜਲਦੀ ਕੁਲਦੀਪ ਜੀ, ਤੁਸੀਂ ਇਹਦਾ ਆਪਣਾ ਵਿਊ ਪੁਆਇੰਟ ਦਿਓ ਕਿ ਜੌਨਸਨ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ, ਉਹਨੂੰ ਜਦੋਂ ਹੁਣ ਪਾਰਟੀ ਗੇਟ ਤੇ ਵਗੈਰਾ ਕੱਢਿਆ, ਤੇ ਇੱਕ ਜਿਹੜੀ ਕਮੇਟੀ ਹੈਗੀ ਜਨਰਲ ਪਰਪਸਿਸ ਦੀ, ਮੇਰੇ ਖਿਆਲ ਸ਼ਾਇਦ ਉਹ ਕਮੇਟੀ ਹੈਗੀ ਜਿਹੜੀ ਉਹਨਾਂ ਨੇ ਉਹਨੂੰ ਕਿਹਾ ਹੈਗਾ ਵੀ ਉਹਦੇ ਤੇ ਪ੍ਰੋਬ ਮੁੜ ਕੇ ਕੀਤਾ ਜਾਵੇ, ਤੇ ਉਹ ਕਹਿੰਦੇ ਵੀ ਨਹੀਂ, ਇਹਨੂੰ ਇਹ ਸਭ ਕੁਝ ਜੋ ਕੁਝ ਹੈਗਾ ਇਦਾਂ ਹੀ ਰਹਿਣ ਦਿੱਤਾ ਜਾਵੇ। ਤੇ ਜਿਹੜੀ ਵਨ ਆਫ ਦ ਲੀਡਰ ਜਿਹੜੀ ਕੰਟੈਂਡਰ ਹੈਗੀ ਲਿਜ਼ ਟਰੱਸ, ਕਹਿੰਦੀ ਅਗਰ ਮੈਂ ਬਣ ਗਈ ਤਾਂ ਦੈਨ ਆਈ ਵਿਲ ਡਿਸਮਿਸ ਦਿਸ। ਪਰ ਦੂਸਰੇ ਪਾਸੇ ਮੈਂਬਰਸ ਜਿਹੜੇ ਹੈਗੇ ਆ ਉਹ ਇਹ ਕਹਿ ਰਹੇ ਹੈਗੇ ਆ ਕਿ ਜੌਨਸਨ ਹੀ ਵਾਪਸ ਸਾਨੂੰ ਪ੍ਰਾਈਮ ਮਿਨਿਸਟਰ ਚਾਹੀਦਾ, ਤੇ ਉਹਦੇ ਤੇ ਜਾਨੀ ਕਾਫੀ ਮੈਜੋਰਿਟੀ ਆਫ ਦਮ ਕਰ ਰਹੇ, ਕਿਉਂਕਿ ਜਿਹੜੀ ਇਸ ਵੇਲੇ ਇਲੈਕਸ਼ਨ ਚੱਲ ਰਹੀ ਹੈਗੀ। ਇੱਕ ਦੋ ਪੁਆਇੰਟ ਹੈਗੇ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਬਿਲਕੁਲ ਗੱਲ ਠੀਕ ਹੈਗੀ ਆ। ਇਹ ਜਿਹੜੇ ਟੋਰੀ ਪਾਰਟੀ ਦੇ ਮੈਂਬਰਸ ਕੋਈ 63-65% ਕਹਿੰਦੇ ਆ ਕਿ ਉਸ ਨੂੰ ਹੀ ਮੁੜ ਕੇ ਲਾਇਆ ਹੁਣ। ਪਰ ਦੂਜੇ ਪਾਸੇ ਪ੍ਰੋਬਲਮ ਹੈਗੀ ਕਿ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ, ਜਿਹੜੀ ਪ੍ਰਿਵਿਲੇਜ ਐਂਡ ਸਟੈਂਡਰਡਸ ਕਮੇਟੀ ਹੈਗੀ ਆ ਹਾਊਸ ਆਫ ਕਾਮਨ ਦੀ, ਉਹਨੂੰ ਇਨਵੈਸਟੀਗੇਟ ਕਰ ਰਹੀ ਕਿ ਕੀ ਉਸਨੇ
ਸਟੇਟਮੈਂਟ ਦੇ ਵਿੱਚ ਝੂਠ ਬੋਲਿਆ। ਉਹਨੇ ਸਦਾ ਕਿਹਾ ਸੀਗਾ ਕਿ ਐਵਰੀਥਿੰਗ ਜਿਹੜਾ ਵੀ ਅਸੀਂ ਪਾਰਟੀ ਗੇਟ ਹੋਇਆ ਸਭ ਕੁਝ ਫੋਲੋ ਕੀਤਾ ਗਿਆ ਹੈਗਾ, ਪਰ ਕਈ ਕਹਿੰਦੇ ਆ ਕਿ ਉਹ ਨਹੀਂ ਸੀ ਉਸਨੇ ਦੱਸਿਆ, ਉਹਨੇ ਝੂਠ ਬੋਲਿਆ। ਕਿਉਂਕਿ ਸਭ ਤੋਂ ਮਾੜਾ ਜਿਹੜਾ ਗੱਲ ਹੈਗੀ ਹੈ, ਜੇ ਤੁਸੀਂ ਡਿਸਪੈਚ ਬਾਕਸ ਦੇ ਉੱਤੇ ਬੈਠ ਕੇ ਤਾਂ ਖੜੇ ਹੋ ਕੇ ਤਾਂ ਤੁਸੀਂ ਕਾਮਨ ਹਾਊਸ ਆਫ ਕਾਮਨ ਦੇ ਵਿੱਚ ਸਟੇਟਮੈਂਟ ਦਵੋ ਤੇ ਉਹ ਗਲਤ ਹੈਗਾ ਆ, ਤੇ ਉਹ ਤੁਸੀਂ ਬਹੁਤ ਮਾੜੀ ਮੰਨਿਆ ਜਾਂਦਾ। ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਜੇ ਉਹਦੇ ਵਿੱਚ ਉਹ ਗਿਲਟੀ ਫਾਊਂਡ ਹੋ ਗਿਆ ਤੇ 10 ਦਿਨ ਵਿੱਚ ਉਹਨੂੰ ਬੈਨ ਕਰ ਦਿੱਤਾ ਤਾਂ ਉੱਥੇ ਸ਼ਾਇਦ ਹੋ ਜਾਵੇ ਬਾਈ ਇਲੈਕਸ਼ਨ। ਇਸਾ ਕਿ ਇਹ ਸਭ ਕੁਝ ਹੁਣ ਹੋ ਰਿਹਾ ਤੇ ਦੇਖੋ ਕੀ ਹੁੰਦਾ ਹੈਗਾ ਜੀ। ਹਾਂਜੀ। ਸੋ ਮਾਈ ਅਪੋਲੋਜੀਜ਼, ਉਹ ਕਾਮਨਸ ਪ੍ਰਿਵਿਲੇਜ ਕਮੇਟੀ ਮੇ ਤੋਂ ਜਨਰਲ ਪਰਪਸਿਸ ਕਿਆ ਹੋ ਗਿਆ। ਬਲਦੇਵ ਜੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹਦੇ ਵਿੱਚ ਕੋਈ ਸਰਪ੍ਰਾਈਜ਼ਿੰਗ ਨਹੀਂ ਹੈਗੀ। ਜਿਸ ਤਰ੍ਹਾਂ ਟੋਰੀ ਪਾਰਟੀ ਦੀ ਲੀਡਰਸ਼ਿਪ ਦੀ ਇਲੈਕਸ਼ਨ ਜਾ ਰਹੀ ਆ, ਕਿ ਟੋਰੀ ਮੈਂਬਰਸ਼ਿਪ ਜਿਹੜੀ ਆ, ਜੇਕਰ ਉਹ ਇਹ ਸੋਚ ਰਹੇ ਆ ਵੀ ਇਹਦੇ ਨਾਲੋਂ ਤਾਂ ਆਪਣਾ ਪਹਿਲਾ ਹੀ ਪ੍ਰਾਈਮ ਮਿਨਿਸਟਰ ਚੰਗਾ ਸੀ ਤੇ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ, ਤੇ ਬਾਕੀ ਦੇਖਿਆ ਜਾਵੇ ਕਿ ਇਹ ਜੋ ਕੁਝ ਹੋ ਰਿਹਾ ਟੋਰੀ ਪਾਰਟੀ ਦੇ ਵਿੱਚ, ਉਹਦੇ ਮੁਕਾਬਲੇ ਦੇਖਿਆ ਜਾਵੇ ਤੇ ਇੰਨਾ ਮਾੜਾ ਉਹ ਜੌਨਸਨ ਪ੍ਰਾਈਮ ਮਿਨਿਸਟਰ ਹੈ ਨਹੀਂ ਸੀ। ਪਰ ਉਹਨੇ ਇੱਕ ਦੋ ਗਲਤੀਆਂ ਕੀਤੀਆਂ ਜਿਹਦਾ ਕਿ ਉਹਨੂੰ ਮੁੱਲ ਚੁਕਾਉਣਾ ਪੈ ਰਿਹਾ ਹੈਗਾ। ਪਰ ਟੋਰੀ ਪਾਰਟੀ ਕਾਫੀ ਉਲਝਣਾਂ ਦੇ ਵਿੱਚ ਇਸ ਵੇਲੇ ਫਸੀ ਹੋਈ ਹੈਗੀ ਆ, ਤੇ ਇਹ ਜਿੱਦਾਂ ਮੈਂ ਕਿਹਾ ਕੋਈ ਸਰਪ੍ਰਾਈਜ਼ ਨਹੀਂ ਹੈਗੀ ਕਿ ਉਹ ਇਹੀ ਕਹਿ ਰਿਹਾ ਵੀ ਇਹਦੇ ਨਾਲੋਂ ਤਾਂ ਜੌਨਸਨ ਹੀ ਚੰਗਾ ਸੀ। ਹਾਂਜੀ। ਯਾਨੀ ਮੈਂ ਇੱਥੇ ਸਟੇਟ ਦੱਸ ਜਿਹੜੀ ਖਬਰ ਦੇ ਵਿੱਚ ਆਇਆ ਸੀ, ਹੈਡ ਟੂ ਹੈਡ ਵੋਟ ਵਾਸ 63% of the party members, right, chose prime minister compared to 22% for Liz Truss or Liz ਆਪਣੇ ਰਿਸ਼ੀ ਸੁਨਕ। ਯਾਨੀ ਦੇਖੋ ਹਾਲੇ ਵੀ ਲੋਕ ਉਹਦੇ ਕਾਫੀ ਹੱਕ 'ਚ ਹੈ। ਕੁਲਦੀਪ ਜੀ ਤੁਸੀਂ ਇੱਕ ਪੁਆਇੰਟ ਰੇਜ਼ ਕੀਤਾ ਸੀਗਾ ਜਿਹੜਾ ਅਮਰੀਕਨ ਐਲਿਸ ਜੋਨਸ ਜਿਹਨੇ ਆਪਣੇ ਕਾਫੀ ਸਪਰੈਡ ਲਾਈਜ਼ ਕੀਤੀਆਂ ਸੀ ਜਦੋਂ ਸ਼ੂਟਿੰਗ ਹੋਈ ਸੀ ਬੱਚਿਆਂ ਦੀ, ਵੀ ਇਹ ਹੋਕਸ ਹੈਗੀ ਆ, ਤੇ ਉਹਨੂੰ ਤਕਰੀਬਨ 50 ਮਿਲੀਅਨ ਪਾਉਂਡ ਵਿੱਚ ਪਿਛਲੇ ਦੇ ਇਹ ਖਬਰ ਆਈ ਸੀ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਹਾਂਜੀ, ਉਹ ਹਫ਼ਤੇ 2 ਹਫ਼ਤਿਆਂ ਦੀ ਗੱਲ ਆ ਜੀ। ਤੇ ਅਮਰੀਕਾ ਦੇ ਵਿੱਚ 10 ਸਾਲ ਪਹਿਲਾਂ ਜਿੱਦਾਂ ਸ਼ੂਟਿੰਗ ਹੋਈ ਸੀਗੀ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿੱਚ, ਤੇ ਉੱਥੇ ਮੇਰੇ ਖਿਆਲ 20 ਬੱਚੇ ਉਹਨਾਂ ਨੇ ਮਾਰ ਦਿੱਤੇ ਜਿਹੜੇ ਰਾਈਫਲ ਦੇ ਨਾਲ। ਇਹ ਜਿਹੜਾ ਐਲੈਕਸ ਜੋਨਸ ਹੈਗਾ ਆ, ਇਹਦੇ ਨਾਲ ਵੈਬਸਾਈਟ ਹੈਗੀ ਆ ਇਨਫੋਵੋਰ ਵੈਬਸਾਈਟ, ਜਾਂ ਕੋਈ ਰੇਡੀਓ ਵੀ ਹੋਏਗਾ ਉਸ ਦਾ। ਉਹ ਕਹਿ ਦਿੱਤਾ ਕਿ ਇਹ ਜਿਹੜੀ ਸੀਗੀ ਅਸਲੀ ਸ਼ੂਟਿੰਗ ਨਹੀਂ ਸੀ ਹੋਈ, ਇਹ ਤਾਂ ਸਿਰਫ ਸਭ ਝੂਠ ਸੀਗਾ, ਕਿਉਂਕਿ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੇ ਇਸ ਕਰਕੇ ਇਹ ਇਲਜ਼ਾਮ ਲਾਇਆ ਕਿ ਤਾਂ ਕਿ ਜਿਹੜੇ ਗਨ ਹੈਗੇ ਆ ਉਹਦੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਹੋਰ ਟਾਈਟ ਕੀਤਾ ਜਾਵੇ। ਕਹਿੰਦਾ ਇਸ ਕਰਕੇ ਭਈ ਮੈਂ, ਪਰ ਜਿਹਨਾਂ ਦੇ ਬੱਚੇ ਮਰੇ ਸੀਗੇ ਉਹਨਾਂ ਦੇ 2 ਪੈਰੈਂਟਸ ਨੇ ਉਹਨਾਂ ਨੂੰ ਕੋਰਟ ਵਿੱਚ ਲੈ ਕੇ ਗਏ ਵੀ ਸਾਨੂੰ ਲੋਕੀ ਤੰਗ ਕਰਦੇ ਆ। ਇੱਕ ਤਾਂ ਸਾਡੇ ਬੱਚੇ ਮਰ ਗਏ, ਤਾਂ ਦੂਜੇ ਪਾਸੇ ਲੋਕੀ ਕਹਿੰਦੇ ਲਓ ਜੀ ਤੁਸੀਂ ਗਵਰਨਮੈਂਟ ਤੋਂ ਪੈਸੇ ਲੈ ਕੇ ਤਾਂ ਸਾਨੂੰ ਤੁਸੀਂ ਵੀ ਝੂਠ ਸਭ ਕੁਝ ਕੀਤਾ ਆ। ਉਹ ਫਿਰ ਟੈਕਸਸ ਦੇ ਵਿੱਚ ਨਾ ਲੈ ਕੇ ਗਏ ਕੋਰਟ ਦੇ ਵਿੱਚ ਉਸ ਨੂੰ, ਐਲੈਕਸ ਜੋਨਸ ਨੂੰ। ਤੇ ਉਹ ਫਿਰ ਜਿਹੜਾ ਕਿ ਐਲੈਕਸ ਜੋਨਸ ਜਿਹੜਾ ਹੈਗਾ ਮਿਲੀਅਨੇਅਰ ਹੈਗਾ ਆ, ਦਿਹਾੜੀ ਦੇ 800,000 ਬਣਾਉਂਦਾ ਹੈਗਾ, ਕਿਉਂਕਿ ਲੋਕੀ ਉਸ ਨੂੰ ਸੁਣਦੇ ਹੈਗੇ ਆ। ਉਹ ਫਿਰ ਜਦੋਂ ਕੋਰਟ ਵਿੱਚ ਲੈ ਕੇ ਗਏ ਤਾਂ ਜਿਊਰੀ ਨੇ ਕਿਹਾ ਵੀ ਉਸ ਨੂੰ, ਐਲੈਕਸ ਜੋਨ ਨੂੰ, ਵੀ ਜੋ ਤੂੰ ਗਿਲਟੀ ਆ, ਇਹਨਾਂ ਨੂੰ ਤੂੰ ਸਫਰਿੰਗ ਬਹੁਤ ਕੀਤੀ, ਨਾਲੇ ਇਹਨਾਂ ਨੇ ਬੱਚੇ ਮਾਰੇ, ਨਾਲੇ ਲੋਕੀ ਤੰਗ ਕਰਦੇ, ਤਾਂ ਨਾਲੇ ਤੂੰ ਆਪਣਾ ਹੁਣ ਕਰ ਰਿਹਾ ਹੈਗਾ। ਅਤੇ ਉਸ ਨੂੰ ਜੁਰਮਾਨਾ ਲਾਇਆ ਜਿਊਰੀ ਨੇ 48 ਮਿਲੀਅਨ ਕ 50 ਮਿਲੀਅਨ ਡਾਲਰਸ। ਇਸ ਆ ਕਿ ਉਹ ਕੰਸਪੀਰੇਸੀ ਥਿਊਰਿਸਟ ਹੈਗਾ। ਕੰਸਪੀਰੇਸੀ ਥਿਊਰਿਸਟ ਉਹ ਹੁੰਦਾ ਜੀ ਜਿਹੜਾ ਕਿ ਕਹਿੰਦਾ ਹੈਗਾ ਜੀ ਲਓ ਜੀ ਲੋਕੀ ਮੂਨ ਦੇ ਉੱਤੇ ਨਹੀਂ ਲੈਂਡ ਹੋਏ ਸੀ, ਤਾਂ ਹਾਲੀਵੁੱਡ ਦੇ ਵਿੱਚ ਹੀ ਉਹਨਾਂ ਨੇ ਕਾਲਾ ਮਾਲਾ ਕਰਕੇ ਫੋਟੋਆਂ ਦਿਖਾਲ ਦਿੱਤੀਆਂ। ਜਾਂ 9/11 ਆ, ਉਹ ਜਿਹੜਾ ਸੀਗਾ ਉਸਾਮਾ ਬਿਨ ਲਾਡਨ ਨੇ ਨਹੀਂ ਕੀਤਾ, ਉਹ ਤਾਂ ਜੂਇਸ਼ ਕੰਸਪੀਰੇਸੀ ਸੀਗੀ। ਇਹ ਉਹਨੂੰ ਕੰਸਪੀਰੇਸੀ ਥਿਊਰਿਸਟ ਕਹਿੰਦੇ ਆ। ਅਤੇ ਕਈ ਲੋਕ ਇਹੋ ਜਿਹੀਆਂ ਜਿਹੜੇ ਗੱਲਾਂ ਹੈਗੀਆਂ ਨਾ, ਉਹਨਾਂ ਨੂੰ ਸੁਣ ਕੇ ਨਾ ਬੜੇ ਖੁਸ਼ ਹੁੰਦੇ ਹੈਗੇ ਆ, ਕਿਉਂਕਿ ਉਹ ਰਾਈਟ ਵਿੰਗਰ ਹੈਗੇ ਆ। ਇਸ ਕਰਕੇ ਉਹ ਵੀ ਕਈ ਲੋਕ ਇਹਨਾਂ ਨੇ ਜਿਹੜੇ ਉਹ ਕਹਿੰਦੇ ਨੇ ਬੱਚੇ ਨਹੀਂ ਸੀ ਮਰੇ ਸੈਂਡੀ ਹੁੱਕ ਦੇ ਵਿੱਚ, ਤੇ ਉਹ ਬੰਦੇ ਬੜੇ ਖੁਸ਼ ਹੁੰਦੇ ਵੀ ਹਾਂ ਭਈ ਠੀਕ ਆ, ਇਹ ਸਭ ਗਵਰਨਮੈਂਟ ਦਾ ਹੀ ਪ੍ਰੋਪੋਗੰਡਾ ਹੈਗਾ ਆ। ਪਰ ਇਸ ਕਰਕੇ ਉਹਨੂੰ ਫਿਰ ਜਿਊਰੀ ਨੇ ਕਹਿਤਾ ਕਿ ਤੂੰ ਗਲਤ ਸੀਗਾ। ਇਹਨੇ ਮੰਨ ਲਈ ਆਪਣੀ ਗਲਤੀ, ਕਹਿੰਦਾ ਮੇਰਾ ਕੋਈ ਸੀਗਾ ਜੀ ਐਲੈਕਸ ਜੋਨਸ ਹੈਗਾ, ਇਹ ਉਹ ਮੰਨ ਗਿਆ ਤੇ ਉਸ ਨੂੰ 50 ਮਿਲੀਅਨ ਜਾਂ ਇਦਾਂ ਕੋਈ ਫਾਈਨ ਹੋਇਆ। ਇਹ ਕੰਸਪੀਰੇਸੀ ਥਿਊਰਿਸਟ ਆ। ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹੋ। ਇਹ ਆਪਣੀਆਂ ਕਹਾਣੀਆਂ ਨਾ ਮਨ ਕਥੀਆਂ ਬਣਾਉਂਦੇ ਆ ਤਾਂ ਕਿ ਆਪਣੇ ਇਹ ਪੈਸੇ ਬਣਾ ਸਕਣ। ਹਾਂਜੀ ਕੁਲਦੀਪ ਜੀ, ਬਹੁਤ ਬਹੁਤ ਧੰਨਵਾਦ ਇਹ ਪੁਆਇੰਟ ਰੇਜ਼ ਕਰਨ ਦਾ। ਬਲਦੇਵ ਜੀ, ਸਮਾਂ ਇੱਥੇ ਸਮਾਪਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਬਹੁਤ ਬੜੇ ਮੁੱਲੇ ਖਿਆਲ ਤੇ ਤੁਸੀਂ ਜਿਹੜੀ ਵੀ ਤਿਆਰੀ ਕਰਕੇ ਆਉਣੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਪ੍ਰੋਗਰਾਮ ਤੱਕ ਦਿਓ ਆਗਿਆ ਤੇ ਫਿਰ ਤੁਹਾਡੇ ਦਰਸ਼ਨ ਕਰਾਂਗੇ। ਹੁਣ ਪ੍ਰੋਗਰਾਮ ਦੀ ਇੱਥੇ ਸਮਾਪਤੀ। ਆਓ ਵਿਦਾਇਗੀ ਦੀ ਫਤਿਹ ਬੁਲਾਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ ਜੀ।